नेक्स्ट मेथड लिखो फ्रॉम ग्रिग्नार्ड रीजन, फ्रॉम ग्रिग्नार्ड रीजन। देखो ग्रिग्नार्ड रीजन वैसे मैं पहला भी दस्या है, फिर तो दस देना हाँ। ਆਪਾਂ RMGX ਨੂੰ ਗ੍ਰਿਗਨਾਰਡ ਰੀਜਨ ਬੋਲਦੇ ਹਾਂ। ਤੁਹਾਨੂੰ ਪਤਾ ਹੈ ਮੈਗਨੀਸ਼ੀਅਮ ਤੇ 2 ਪੋਜ਼ਿਟਿਵ ਚਾਰਜ ਹੁੰਦਾ ਹੈ, ਹੈਲਾਈਡ ਤੇ -1 ਚਾਰਜ ਹੁੰਦਾ ਹੈ। ਅਗਰ ਤੁਸੀਂ ਓਵਰਆਲ MgX ਦੇ ਚਾਰਜ ਦੇਖੋਗੇ ਤਾਂ ਓਵਰਆਲ ਚਾਰਜ ਕੀ ਬਣੇਗਾ +2 -1 +1। ਤਾਂ ਉਸ ਨੂੰ ਕਾਊਂਟਰ ਬੈਲੈਂਸ ਕਰਨ ਦੇ ਲਈ ਜੋ ਤੁਹਾਡਾ ਇੱਥੇ ਐਲਕਾਈਲ ਪਾਰਟ ਹੈ ਉਸ ਤੇ ਚਾਰਜ ਕਿੰਨਾ ਹੋਏਗਾ -1। ਸੋ ਦੈਟ ਮੀਨਸ ਇੱਥੇ ਜੋ ਤੁਹਾਡਾ RMgX ਹੈ ਉਹਦੇ ਵਿੱਚ MgX ਤੇ ਡੈਲਟਾ ਪੋਜ਼ਿਟਿਵ ਚਾਰਜ ਹੁੰਦਾ ਹੈ, ਤੇ ਜੋ ਤੁਹਾਡਾ R ਐਲਕਾਈਲ ਪਾਰਟ ਹੈ ਉਸ ਤੇ ਚਾਰਜ ਕੀ ਹੁੰਦਾ ਹੈ नेगेटिव चार्ज प्रेजेंट है। सो दैट मीन्स R पे अगर नेगेटिव चार्ज प्रेजेंट है सो क्या इट कैन बिहेव एज बेस की तरह भी बिहेव कर सकता है और न्यूक्लियोफाइल की तरह भी बिहेव कर सकता है। ये पॉइंट बहुत ही ज्यादा इंपॉर्टेंट है कि जो थोड़ा ग्रिग्नार्ड रीजेंट है ਉਹਦੇ ਵਿੱਚ ਜੋ ਥੋੜਾ ਅਲਕਾਈਲ ਪਾਰਟ ਹੈ ਉਸ ਦੇ ਉੱਪਰ 네ਗੇਟਿਵ ਚਾਰਜ ਪ੍ਰੈਜ਼ੈਂਟ ਹੋਣ ਕਰਕੇ ਇਟ ਕੈਨ ਐਕਟ ਐਜ਼ ਯੂਰ ਬੇਸ ਐਜ਼ ਵੈਲ ਐਜ਼ ਨਿਊਕਲੀਓਫਾਈਲ। ਹੁਣ ਦੇਖੋ ਆਪਾਂ ਦੇਖਦੇ ਹਾਂ ਕਿ ਆਪਾਂ ਗ੍ਰਿਗਨਾਰਡ ਰੀਜੈਂਟ ਤੋਂ ਆਪਾਂ ਅਲਕੋਹਲ ਦੀ ਫਾਰਮੇਸ਼ਨ ਕਿੱਦਾਂ ਕਰ ਸਕਦੇ ਹਾਂ। ਲੈਟਸ ਸਪੋਜ਼ ਕਿ ਤੁਸੀਂ ਕੋਈ ਵੀ ਇੱਕ ਕਾਰਬੋਨਿਲ ਕੰਪਾਊਂਡ ਲੈ ਲਿਓ, मैं जनरल कार्बोनिल लिख रहा हाँ। इस दी रिएक्शन अगर तुसी मान लो ग्रिग्नार्ड रीजन दे नाल करते हो तो ग्रिग्नार्ड रीजन का जो R नेगेटिव पार्ट है ना, ਤੁਹਾਨੂੰ पता है कि देखो कार्बोनिल है, ऑक्सीजन की ਹੁੰਦਾ है ज्यादा इलेक्ट्रोनेगेटिव है जिस करके ऑक्सीजन ਤੇ डेल्टा नेगेटिव चार्ज होएगा। कार्बन थोड़ा इलेक्ट्रो पॉजिटिव होने करके कार्बन ਤੇ डेल्टा पॉजिटिव चार्ज है। क्योंकि कार्बन ਤੇ डेल्टा पॉजिटिव चार्ज है ਤੇ ਇਹਦੇ ਕੋਲ इलेक्ट्रोफिलिक करैक्टर है, मतलब इलेक्ट्रॉन लेस रिच है, ठीक है, लेस इलेक्ट्रॉन रिच है। ਤਾਂ ਜੋ ਤੁਹਾਡੇ R नेगेटिव है ग्रिग्नार्ड रीजन ਦਾ ਉਹ ਤੁਹਾਡੇ इलेक्ट्रोफिलिक कार्बोनिल कार्बन ਤੇ अटैक करेगा ਤੇ ਤੁਹਾਡਾ ਜੋ कार्बन डबल बॉन्ड ऑक्सीजन है वो शिफ्ट हो जाएगा ਤੇ अल्टीमेटली देखो ਤੁਹਾਡਾ ਇੱਥੇ ਬਣੇਗਾ ਕੀ, ਇੱਥੇ ਤੁਹਾਡਾ R ਗਰੁੱਪ ਆ ਕੇ ਅਟੈਚ ਹੋ ਜਾਏਗਾ, ਇੱਥੇ ਕੀ ਬਣੇਗਾ O ਤੇ 네ਗੇਟਿਵ। ਜੋ ਥੋੜਾ O ਤੇ 네ਗੇਟਿਵ ਹੈ ਅਗਰ ਇਸ ਦੀ ਰਿਐਕਸ਼ਨ ਆਪਾਂ ਇਹਨੂੰ ਥੋੜਾ ਜਿਹਾ ਹਾਈਡਰੋਲਿਸਿਸ ਦੇ ਵਿੱਚ ਕਰਵਾ ਦਾਂਗੇ ਤਾਂ ਪ੍ਰੋਡਕਟ ਕੀ ਬਣੇਗਾ ਤੇ ਤੁਹਾਡਾ ਐਲਕੋਹਲ। ਹੁਣ ਦੇਖੋ ਡਿਪੈਂਡ ਕਰਦਾ ਹੈ ਕਿ ਤੁਸੀਂ ਕਾਰਬੋਨਿਲ ਗਰੁੱਪ ਕਿਹੜਾ ਲਿੱਤਾ ਹੈ, जिस अकॉर्डिंग कार्बोनिल ग्रुप लोगे उस अकॉर्डिंग थोड़ा अल्कोहल बन जाएगा प्राइमरी सैकेंडरी एंड टर्शियरी। ਆਪਾਂ डिफरेंट एग्जांपल्स लेके ਇੱਥੇ एक्सप्लेन ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਲਿਖੋ ਫਰਸਟ ਐਗਜ਼ਾਮਪਲ। ਅਗਰ ਫਰਸਟ ਐਗਜ਼ਾਮਪਲ ਦੇ ਵਿੱਚ ਮੰਨ ਲਓ ਤੁਸੀਂ ਫਾਰਮੈਲਡੀਹਾਈਡ ਲੈਂਦੇ ਹੋ, ਫਾਰਮੈਲਡੀਹਾਈਡ ਕੀ ਹੁੰਦਾ ਤੁਹਾਡਾ HCOH। ਅਗਰ ਤੁਸੀਂ ਇਸ ਦੀ ਰਿਐਕਸ਼ਨ ਗ੍ਰਿਗਨਾਰਡ ਰੀਜਨ ਦੇ ਨਾਲ ਕਰੋਗੇ ਤਾਂ ਗ੍ਰਿਗਨਾਰਡ ਰੀਜਨ ਦਾ ਜੋ R नेगेटिव न्यूक्लियोफिलिक पार्ट है वो थोड़े कार्बोनिल कार्बन पे अटैक करेगा तो अल्टीमेटली जो थोड़ा थे प्रोडक्ट बनेगा वो की बनेगा RCH2OH। ਇੱਥੇ ਜੋ O ਤੇ 네ਗੇਟਿਵ ਚਾਰਜ ਆਏਗਾ ਉਹ ਤੁਹਾਡੇ ਵਾਟਰ ਤੋਂ ਕੀ ਲੈ ਲੇਗਾ H ਪੋਜ਼ਿਟਿਵ ਲੈ ਕੇ ਤੁਹਾਡਾ ਪ੍ਰਾਇਮਰੀ ਅਲਕੋਹਲ ਦੀ ਕੀ ਕਰ ਦੇਗਾ ਫਾਰਮੇਸ਼ਨ ਕਰ ਦੇ। दैट मीन्स अगर ਤੁਸੀਂ ਫਾਰਮੈਲਡੀਹਾਈਡ ਲੈਂਦੇ ਹੋ ਤਾਂ ਤੁਹਾਡੇ ਕੋਲ ਉੱਥੇ ਪ੍ਰਾਇਮਰੀ ਅਲਕੋਹਲ ਦੀ ਫਾਰਮੇਸ਼ਨ ਹੁੰਦੀ। बट अगर अदर देन ਤੁਸੀਂ ਫਾਰਮੈਲਡੀਹਾਈਡ ਕੁਝ ਅਗਰ ਐਲਡੀਹਾਈਡ ਇਸ ਤਰ੍ਹਾਂ ਦਾ ਲੈ ਰਹੇ ਹੋ ਕਿ ਉਸ ਤੇ ਕੋਈ ਅਲਕਾਈਲ ਪਾਰਟ ਅਟੈਚਡ ਹੈ ਨਾ, ਤੇ ਉਸ ਦੀ ਰਿਐਕਸ਼ਨ ਤੁਸੀਂ ਅਗਰ ਗ੍ਰਿਗਨਾਰਡ ਰੀਜਨ ਦੇ ਨਾਲ ਕਰਵਾਉਂਦੇ ਹੋ ਤਾਂ ਰਿਐਕਸ਼ਨ ਪ੍ਰੋਸੈਸ ਦੇਖੋ ਸੇਮ ਹੀ ਹੋਏਗਾ। R 네ਗੇਟਿਵ ਤੁਹਾਡਾ ਕਾਰਬੋਨਿਲ ਕਾਰਬਨ ਤੇ ਅਟੈਕ ਕਰੇਗਾ, ਬਟ ਹੁਣ ਇੱਥੇ ਜੋ ਤੁਹਾਡਾ ਪ੍ਰੋਡਕਟ ਫਾਰਮ ਹੋਏਗਾ ਉਹ ਤੁਹਾਡਾ ਪ੍ਰਾਇਮਰੀ ਅਲਕੋਹਲ ਨਾ ਹੋ ਕੇ ਤੁਹਾਡਾ ਕਿਹੜਾ ਅਲਕੋਹਲ ਬਣੇਗਾ ਤੁਹਾਡਾ ਸੈਕੰਡਰੀ ਐਲਕੋਹਲ। वाई सेकेंडरी अल्कोहल बिकॉज जिस कार्बन के नाल थोड़ा OH ग्रुप अटैच्ड है वो कार्बन फर्दर दो अल्काइल पार्ट के नाल अटैच्ड हुंदा है। अदर देन एल्डिहाइड अगर तुसी इत्थे कीटोन यूज करते हो तो तुहानू पता है कीटोनिक ग्रुप केड़ा हुंदा है R C डबल बॉन्ड O R। ਇੱਥੇ ਦੋਨੋਂ ਕਾਰਬੋਨਿਲ ਦੇ ਦੋਨੋਂ ਸਾਈਡ ਲੈਫਟ ਸਾਈਡ ਐਜ਼ ਵੈਲ ਐਜ਼ ਰਾਈਟ ਸਾਈਡ ਦੋਨੋਂ ਹੀ ਅਲਕਾਈਲ ਪਾਰਟ ਅਟੈਚਡ ਹੁੰਦੇ ਨੇ। ਅਗਰ ਤੁਸੀਂ ਇਸ ਦੀ ਰਿਐਕਸ਼ਨ ਗ੍ਰਿਗਨਾਰਡ ਰੀਜਨ ਦੇ ਨਾਲ ਕਰਦੇ ਹੋ ਤਾਂ ਗ੍ਰਿਗਨਾਰਡ ਰੀਜਨ ਦਾ ਜੋ ਨਿਊਕਲੀਓਫਿਲਿਕ ਪਾਰਟ ਹੈ ਉਹ ਤੁਹਾਡੇ ਕਾਰਬੋਨਿਲ ਕਾਰਬਨ ਦੇ ਨਾਲ ਰਿਐਕਟ ਕਰਕੇ ਤੁਹਾਡੇ ਕੋਲ ਇੱਥੇ ਟਰਸ਼ਰੀ ਐਲਕੋਹਲ ਦੀ ਕੀ ਕਰਦਾ ਹੈ ਫਾਰਮੇਸ਼ਨ ਕਰਦਾ। ਸੋ ਇਟ ਮੀਨਸ ਕਿ ਤੁਸੀਂ ਗ੍ਰਿਗਨਾਰਡ ਰੀਜਨ ਨੂੰ ਯੂਜ਼ ਕਰਦੇ ਹੋਏ ਤੁਸੀਂ ਇੱਥੋਂ ਤਿੰਨੇ ਤਰ੍ਹਾਂ ਦੇ ਅਲਕੋਹਲਸ ਨੂੰ ਜਨਰੇਟ ਕਰ ਸਕਦੇ ਹੋ, ਪ੍ਰਾਇਮਰੀ ਅਲਕੋਹਲ, ਸੈਕੰਡਰੀ ਅਲਕੋਹਲ ਐਜ਼ ਵੈਲ ਐਜ਼ ਯੂਅਰ ਟਰਸ਼ਰੀ ਅਲਕੋਹਲ। मतलब जिस भी अल्कोहल की ਤੁਹਾਨੂੰ रिक्वायरमेंट है ਤੁਸੀਂ ਉਸ ਤਰ੍ਹਾਂ ਦਾ अल्कोहल
ਗ੍ਰਿਗਨਾਰਡ ਰੀਜੈਂਟ ਨੂੰ ਯੂਜ਼ ਕਰਕੇ ਜਨਰੇਟ ਕਰ ਸਕਦੇ ਹੋ। ਨੈਕਸਟ ਲਿਖੋ, ਦੇਖੋ ਅਗਰ ਹੁਣ ਆਪਾਂ ਇੱਥੇ ਐਸਟਰ ਲੈ ਲੈਂਦੇ ਹਾਂ, ਮੈਂ ਇੱਕ ਜਨਰਲ ਐਗਜ਼ਾਮਪਲ ਨਾਲ ਕਰਦਾ ਹਾਂ। ਮੰਨ ਲਓ ਆਰ ਸੀ ਡਬਲ ਬੌਂਡ ਓ ਆਰ, ਦਿਸ ਇਜ਼ ਯੂਅਰ ਐਸਟਰ ਗਰੁੱਪ, ਠੀਕ ਹੈ, ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਐਸਟਰ ਗਰੁੱਪ। ਅਗਰ ਤੁਸੀਂ ਇਸ ਦੀ ਰਿਐਕਸ਼ਨ ਗ੍ਰਿਗਨਾਰਡ ਰੀਜਨ ਦੇ ਨਾਲ ਕਰਦੇ ਹੋ, ਗ੍ਰਿਗਨਾਰਡ ਰੀਜਨ ਤੇ ਮੈਂ ਲੈ ਰਿਹਾ ਹਾਂ ਆਰ ਡੈਸ਼ MgX, ਤਾਂ ਦੇਖੋ ਪਹਿਲੇ ਸਟੈਪ ਦੇ ਵਿੱਚ ਦੇਖੋ ਕੀ ਹੋਏਗਾ ਕਿ ਜੋ ਤੁਹਾਡਾ ਗ੍ਰਿਗਨਾਰਡ ਰੀਜਨ ਦਾ ਨੈਗੇਟਿਵ ਪਾਰਟ ਹੈ ਉਹ ਤੁਹਾਡੇ ਕਾਰਬੋਨਿਲ ਕਾਰਬਨ ਤੇ ਅਟੈਕ ਕਰੇਗਾ, ਤੁਹਾਡਾ ਡਬਲ ਬੌਂਡ ਸ਼ਿਫਟ ਹੋਏਗਾ ਔਰ ਅਗੇਨ ਵਾਪਿਸ ਆਏਗਾ। ਇੱਥੇ ਤੁਹਾਡਾ ਜੋ OR ਨੈਗੇਟਿਵ ਪਾਰਟ ਹੈ ਉਹ ਸਿਸਟਮ ਦੇ ਵਿੱਚੋਂ ਕੀ ਹੋਏਗਾ, ਰਿਲੀਜ਼ ਹੋਏਗਾ। ਇੱਥੇ ਦੇਖੋ ਪਹਿਲੇ ਸਟੈਪ ਕੀ ਬਣੇਗਾ, R C ਡਬਲ ਬੌਂਡ O ਐਜ਼ ਇਟ ਇਜ਼, ਤੇ ਥੋੜਾ R ਡੈਸ਼ ਵਾਲਾ ਪਾਰਟ ਇਸ ਕਾਰਬੋਨਿਲ ਕਾਰਬਨ ਦੇ ਨਾਲ ਕੀ ਹੋ ਰਿਹਾ ਹੈ, ਅਟੈਚ ਹੋ ਰਿਹਾ ਹੈ। ਪਰ ਉਸ ਦੇ ਨਾਲ ਨਾਲ ਹੀ ਤੁਹਾਡਾ ਇੱਥੋਂ ਜੋ ਆਹ RO ਨੈਗੇਟਿਵ ਜੋ ਨਿਕਲ ਰਿਹਾ ਸੀ ਉਹ ਤੁਹਾਡੇ ਵਾਟਰ ਤੋਂ H ਪੋਜ਼ਿਟਿਵ ਲੈ ਕੇ ਅਲਕੋਹਲ ਦੇ ਪਾਰਟ ਦੇ ਵਿੱਚ ਕੀ ਹੋ ਜਾਏਗਾ, ਬਾਹਰ ਰਿਮੂਵ ਹੋ ਜਾਏਗਾ। ਦੈਟ ਮੀਨਸ ਜਦੋਂ ਤੁਸੀਂ ਐਸਟਰ ਨੂੰ ਰਿਡਿਊਸ ਕਰਦੇ ਹੋ ਤਾਂ ਐਸਟਰ ਸਭ ਤੋਂ ਪਹਿਲਾਂ ਗ੍ਰਿਗਨਾਰਡ ਰੀਜਨ ਦੇ ਨਾਲ ਰਿਐਕਟ ਕਰਕੇ ਕੀ ਬਣਾਉਂਦਾ ਹੈ, ਤੁਹਾਡਾ ਇੱਕ ਕੀਟੋਨ ਪਾਰਟ ਜਨਰੇਟ ਕਰਦਾ ਹੈ। ਹੁਣ ਦੇਖੋ ਫਰਦਰ ਅਗਰ ਤੁਸੀਂ ਇਸ ਦੀ ਰਿਐਕਸ਼ਨ ਗ੍ਰਿਗਨਾਰਡ ਰੀਜਨ ਦੇ ਨਾਲ ਕਰਦੇ ਹੋ ਤਾਂ ਗ੍ਰਿਗਨਾਰਡ ਰੀਜਨ ਕੀਟੋਨ ਦੇ ਨਾਲ ਰਿਐਕਸ਼ਨ ਕਰਕੇ, ਮੈਂ ਤੁਹਾਨੂੰ ਦੱਸਿਆ ਹੈ ਪਿਛਲੀ ਸਲਾਈਡ ਦੇ ਵਿੱਚ, ਕੀ ਜਨਰੇਟ ਕਰਦਾ ਹੈ, ਤੁਹਾਡਾ ਟਰਸ਼ਰੀ ਐਲਕੋਹਲ। ਤਾਂ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਅਗਰ ਤੁਹਾਡੇ ਕੋਲ ਇੱਥੇ ਪੇਪਰ 'ਚ ਕੁਐਸਚਨ ਕਿੱਦਾਂ ਆ ਸਕਦਾ ਹੈ ਕਿ ਤੁਹਾਨੂੰ ਐਸਟਰ ਤੋਂ ਅਲਕੋਹਲ ਜਨਰੇਟ ਕਰਨ ਦੇ ਲਈ ਕਿੰਨੇ ਮੋਲ ਗ੍ਰਿਗਨਾਰਡ ਰੀਜਨ ਦੀ ਰਿਕੁਆਇਰਮੈਂਟ ਹੈ। ਤਾਂ ਦੇਖੋ ਅਗਰ ਆਪਾਂ ਫਸਟ ਮੋਲ ਲੈਂਦੇ ਹਾਂ, ਫਸਟ ਮੋਲ ਦੇ ਨਾਲ ਥੋੜਾ ਐਸਟਰ ਤੁਹਾਡੇ ਕੀਟੋਨਿਕ ਪਾਰਟ 'ਚ ਕਨਵਰਟ ਹੁੰਦਾ ਹੈ। ਜਦੋਂ ਤੁਸੀਂ ਸੈਕਿੰਡ ਪਾਰਟ ਲੈਂਦੇ ਹੋ ਗ੍ਰਿਗਨਾਰਡ ਰੀਜਨ ਦਾ, ਸੈਕਿੰਡ ਮੋਲ ਲੈਂਦੇ ਹੋ ਤਾਂ ਉਹ ਤੁਹਾਡੇ ਕੀਟੋਨਿਕ ਪਾਰਟ ਨੂੰ ਕਾਰਬੋਨਿਲ ਕਾਰਬਨ ਨੂੰ ਕਨਵਰਟ ਕਰ ਦਿੰਦਾ ਹੈ ਕੋਰਸਪੋਂਡਿੰਗ ਐਲਕੋਹਲ ਦੇ ਵਿੱਚ। ਦੈਟ ਮੀਨਸ ਟੂ ਰਿਡਿਊਸ ਯੂਅਰ ਐਸਟਰ ਟੂ ਯੂਅਰ ਐਲਕੋਹਲ, ਮੈਂ ਇੱਥੇ ਪੁਆਇੰਟ ਲਿਖ ਦਿੰਦਾ ਹਾਂ, ਟੂ reduce ester to alcohol, 2 mole of Grignard reagent required, 2 moles of RNGX required। ਤਾਂ ਤੁਹਾਨੂੰ 2 ਮੋਲ ਆਫ ਗ੍ਰਿਗਨਾਰਡ ਰੀਜਨ ਦੀ ਕੀ ਰਹਿੰਦੀ ਹੈ ਇੱਥੇ ਰਿਕੁਆਇਰਮੈਂਟ ਰਹਿੰਦੀ ਹੈ। ਦੈਟ ਇਜ਼ ਵੈਰੀ ਇੰਪੋਰਟੈਂਟ, ਨੋਟ ਕਰ ਲਓ। ਅਗਰ ਦੇਖੋ ਮੈਂ ਇੱਥੇ ਐਸਿਡ ਕਲੋਰਾਈਡ ਲੈ ਲੈਣਾ ਹਾਂ, ਜਿਵੇਂ R C ਡਬਲ ਬੌਂਡ O Cl, ਇਹ ਕੀ ਹੈ ਤੁਹਾਡਾ ਅਸਾਈਲ ਕਲੋਰਾਈਡ ਕਹਿ ਦੋ ਜਾਂ ਇਸ ਨੂੰ ਆਪਾਂ ਐਸਿਡ ਕਲੋਰਾਈਡ ਬੋਲ ਸਕਦੇ ਹਾਂ। ਅਗਰ ਤੁਸੀਂ ਇਸ ਦੀ ਰਿਐਕਸ਼ਨ ਗ੍ਰਿਗਨਾਰਡ ਰੀਜਨ ਦੇ ਨਾਲ ਕਰਦੇ ਹੋ RMgX, ਦੇਖੋ ਸੇਮ ਚੀਜ਼ ਇੱਥੇ ਹੋਣੀ ਹੈ ਕਿ ਇਹਦਾ ਜੋ ਨੈਗੇਟਿਵ ਪਾਰਟ ਹੈ ਉਸਨੇ ਤੁਹਾਡੇ ਕਾਰਬੋਨਿਲ ਕਾਰਬਨ ਤੇ ਅਟੈਕ ਕਰਨਾ ਹੈ, ਇਹ ਬੌਂਡ ਸ਼ਿਫਟ ਕਰਨਾ ਹੈ, ਵਾਪਿਸ ਆਣਾ ਹੈ ਤੇ ਤੁਹਾਡਾ ਇੱਥੇ ਹੈਲੋਜਨ ਨੇ ਲੀਵ ਕਰ ਜਾਣਾ ਹੈ। ਵਾਈ ਹੈਲੋਜਨ ਇਜ਼ ਲੀਵਿੰਗ, ਬਿਕੋਜ਼ ਜੋ ਤੁਹਾਡਾ ਹੈਲੋਜਨ ਹੁੰਦਾ ਹੈ ਉਹ ਇੱਕ ਅੱਛਾ ਲਿਵਿੰਗ ਗਰੁੱਪ ਹੈ। ਤਾਂ ਇੱਥੇ ਦੇਖੋ ਕੀ ਬਣੇਗਾ, R C ਡਬਲ ਬੌਂਡ O ਤੇ ਇੱਥੇ ਜੋ ਤੁਹਾਡਾ ਗ੍ਰਿਗਨਾਰਡ ਰੀਜਨ ਅਲਕਾਈਲ ਪਾਰਟ ਸੀ ਉਹ ਅਟੈਚ ਹੋ ਜਾਏਗਾ। ਮਤਲਬ ਪਹਿਲਾ ਜੋ ਤੁਹਾਡਾ ਐਸਿਡ ਕਲੋਰਾਈਡ ਹੈ ਉਹ ਕੀਟੋਨਿਕ ਪਾਰਟ ਦੇ ਵਿੱਚ ਕਨਵਰਟ ਹੋਏਗਾ। ਅਗਰ ਕੀਟੋਨਿਕ ਪਾਰਟ ਦੀ ਫਰਦਰ ਤੁਸੀਂ ਰਿਐਕਸ਼ਨ ਕਰੋਗੇ ਤੁਹਾਡੇ ਗ੍ਰਿਗਨਾਰਡ ਰੀਜਨ ਦੇ ਨਾਲ, ਸੋ ਉਹ ਫਰਦਰ ਕਾਦੇ ਵਿੱਚ ਕਨਵਰਟ ਹੋ ਜਾਏਗਾ, ਤੁਹਾਡੇ ਟਰਸ਼ਰੀ ਐਲਕੋਹਲ ਦੇ ਵਿੱਚ ਕਨਵਰਟ ਹੋ ਜਾਏਗਾ। ਤਾਂ ਇਸ ਤਰ੍ਹਾਂ ਤੁਹਾਡੀ ਜੋ ਰਿਐਕਸ਼ਨ ਹੈ ਉਹ ਪ੍ਰੋਸੀਡ ਹੁੰਦੀਆਂ ਨੇ। ਬਸ ਧਿਆਨ ਕੀ ਰੱਖਣਾ ਹੈ ਤੁਸੀਂ ਕਿ ਜੋ ਤੁਹਾਡਾ ਗਿਵਨ reagent ਹੈ ਜਾਂ reactant molecule ਹੈ ਉਸਦਾ ਨੇਚਰ ਕਿਦਾਂ ਦਾ ਹੈ। So this is how your Grignard reagent works from amines, from from aliphatic 1 degree amines। ਕਿ ਤੁਸੀਂ amines ਤੋਂ ਕਿੱਦਾਂ ਜਨਰੇਟ ਕਰ ਸਕਦੇ ਹੋ ਤੁਹਾਡਾ ਐਲਕੋਹਲ ਵਾਲਾ ਪਾਰਟ। तो देखो ਇਹਦੇ ਵਿੱਚ ਮੈਂ ਟ੍ਰਿਕ ਦੱਸ ਦੇਣਾ ਕਿੱਦਾਂ ਧਿਆਨ ਚ ਰੱਖਣੀ ਹੈ ਕਿ ਕੋਈ ਵੀ ਅਗਰ ਤੁਹਾਡਾ ਅਮਾਈਨ ਹੈ, ਦੇਖੋ R CH2 NH2, ਦੇਖੋ ਇਹ ਤੁਹਾਡਾ ਅਮਾਈਨ ਹੈ। ਅਗਰ ਤੁਸੀਂ ਅਮਾਈਨ ਦੀ ਰਿਐਕਸ਼ਨ ਤੁਹਾਡੇ ਨਾਈਟਰਸ ਐਸਿਡ ਜੋ ਕਿ ਤੁਹਾਡਾ ਕੀ ਹੁੰਦਾ ਹੈ HNO2 ਇਸ ਨਾਲ ਕਰਦੇ ਹੋ ਤਾਂ ਇਹ ਇਸ ਨੂੰ ਕਾਦੇ ਵਿੱਚ ਕਨਵਰਟ ਕਰ ਦਿੰਦਾ ਹੈ, ਤੁਹਾਡੇ ਐਲਕੋਹਲ ਪਾਰਟ ਦੇ ਵਿੱਚ, ਤੇ ਇੱਥੇ ਤੁਹਾਡੀ ਨਾਈਟ੍ਰੋਜਨ ਗੈਸ ਰਿਲੀਜ਼ ਹੁੰਦੀ ਹੈ ਪਲੱਸ ਵਾਟਰ ਬਣਦਾ ਹੈ।
ਹੁਣ ਦੇਖੋ ਤੁਸੀਂ ਕਹੋਗੇ ਇਹਨੂੰ ਯਾਦ ਕਿੱਦਾਂ ਰੱਖਣਾ ਹੈ। ਦੇਖੋ ਪਹਿਲਾ ਮੈਥਡ ਤਾਂ ਮੈਂ ਤੁਹਾਨੂੰ ਟ੍ਰਿਕ ਦੱਸ ਦਿੰਦਾ ਹਾਂ ਕਿ ਟ੍ਰਿਕ ਦੇ ਅਕੋਰਡਿੰਗ ਕਿੱਦਾਂ ਤੁਸੀਂ ਮਾਈਂਡ 'ਚ ਰੱਖ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਜੋ ਤੁਹਾਡਾ ਪ੍ਰਾਇਮਰੀ ਅਮਾਈਨ ਹੈ ਨਾ, ਉਸਨੂੰ ਆਪਾਂ ਏਦਾਂ ਲਿਖ ਲੈਂਦੇ ਹਾਂ RCH2, ਇੱਕ ਲਿਖ ਲੈਂਦੇ ਹਾਂ N ਤੇ ਇੱਕ ਲਿਖ ਲੈਂਦੇ ਇੱਥੇ H2, ਏਦਾਂ ਲਿਖ ਲੈਂਦੇ ਸੈਪਰੇਟ ਕਰਕੇ। ਤੇ ਜੋ ਤੁਹਾਡਾ ਨਾਈਟਰਸ ਐਸਿਡ ਹੁੰਦਾ ਹੈ, ਇਸਦਾ ਸਟਰਕਚਰ ਕੀ ਹੁੰਦਾ ਦੇਖੋ OH N ਡਬਲ ਬੌਂਡ O। ਹੁਣ ਦੇਖੋ ਇਸ ਨੂੰ ਪਾਰਟਸ ਨੂੰ ਨਾ ਆਪਾਂ ਡਿਵਾਈਡ ਕਰ ਦਿੰਦੇ ਹਾਂ। ਆਹ ਵਾਲਾ ਪਾਰਟ ਇਸ ਨਾਲ ਜਨਰੇਟ ਕਰ ਦਿੰਦੇ ਹਾਂ, ਇਹ ਵਾਲਾ ਪਾਰਟ ਇਸ ਨੂੰ ਦੇ ਦਿੰਦੇ ਹਾਂ, ਤਾਂ ਕਿ ਦੇਖੋ ਤਾਂ ਕੀ ਬਣੇਗਾ, ਆਹ ਤੁਹਾਡਾ ਅਲਕੋਹਲ ਦੇ ਵਿੱਚ ਕਨਵਰਟ ਹੋ ਜਾਏਗਾ, ਇੱਥੇ ਤੁਹਾਡੀ ਨਾਈਟ੍ਰੋਜਨ ਗੈਸ ਬਣ ਜਾਏਗੀ ਤੇ ਆਹ ਵਾਲਾ ਪਾਰਟ ਤੁਹਾਡੇ ਵਾਟਰ 'ਚ ਕਨਵਰਟ ਹੋ ਜਾਏਗਾ। ਸੋ ਦਿਸ ਇਜ਼ ਹਾਊ ਕਿ ਤੁਹਾਡਾ ਜੋ ਪ੍ਰਾਇਮਰੀ ਅਮੀਨ ਹੈ ਉਹ ਤੁਹਾਡੇ ਅਲਕੋਹਲ ਦੇ ਵਿੱਚ ਕਨਵਰਟ ਹੁੰਦੀ ਹੈ। ਦੇਖੋ ਇਹ ਤਾਂ ਜਸਟ ਇੱਕ ਟ੍ਰਿਕ ਹੈ, ਬਟ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਮਕੈਨਿਜ਼ਮ ਥੋੜਾ ਜਿਹਾ ਦੱਸ ਦਿੰਦਾ ਹਾਂ ਕਿ ਇਹ ਇੱਕ ਕਿਸ ਮਕੈਨਿਜ਼ਮ ਦੇ ਨਾਲ ਜਾਂਦੀ ਹੈ, ਤੁਹਾਡੇ ਕਾਰਬੋਕੇਟਾਇਨ ਜਨਰੇਟ ਹੁੰਦਾ ਹੈ ਇਹਦੇ ਵਿੱਚ। ਕਾਰਬੋਕੇਟਾਇਨ ਇੰਟਰਮੀਡੀਏਟ ਇੱਥੇ ਕੀ ਹੁੰਦਾ ਹੈ, ਜਨਰੇਟ ਹੁੰਦਾ ਹੈ, ਕਾਰਬੋਕੇਟਾਇਨ ਇੰਟਰਮੀਡੀਏਟ। ਤਾਂ ਕਾਰਬੋਕੇਟਾਇਨ ਇੰਟਰਮੀਡੀਏਟ ਨਾ ਮੈਂ ਤੁਹਾਨੂੰ ਬਣਾ ਕੇ ਹੀ ਦਿਖਾ ਦਿੰਦਾ ਹਾਂ, ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਹੋਵੇ ਰਿਐਕਸ਼ਨ ਨੂੰ ਸਮਝਣ ਦੇ ਲਈ। ਆਪਾਂ ਬੋਲਦੇ ਹਾਂ ਡੈਮਜੀਨੋਵ ਰਿਐਕਸ਼ਨ। ਹੁਣ ਦੇਖੋ ਰਿਐਕਸ਼ਨ ਦਾ ਮਕੈਨਿਜ਼ਮ ਕਿੱਦਾਂ ਦਾ ਹੈ, ਮੈਂ ਤੁਹਾਨੂੰ ਸਮਝਾ ਦਿੰਦਾ ਹਾਂ। ਮਕੈਨਿਜ਼ਮ ਦੇ ਵਿੱਚ ਦੇਖੋ ਸਭ ਤੋਂ ਪਹਿਲਾਂ ਕੀ ਹੈ, ਤੁਹਾਡਾ ਨਾਈਟਰਸ ਐਸਿਡ ਹੈ। ਨਾਈਟਰਸ ਐਸਿਡ ਦਾ ਸਟਰਕਚਰ ਕੀ ਹੁੰਦਾ ਹੈ, OH N ਡਬਲ ਬੌਂਡ O। ਦੇਖੋ ਕਿਉਂਕਿ ਆਪਾਂ ਐਸਿਡ ਯੂਜ਼ ਕਰ ਰਹੇ ਹਾਂ, ਤਾਂ ਐਸਿਡ ਕੀ ਕਰੇਗਾ, ਸਭ ਤੋਂ ਪਹਿਲਾਂ ਇਸਨੂੰ ਆਕਸੀਜਨ ਨੂੰ ਕੀ ਕਰ ਸਕਦਾ ਹੈ, ਪ੍ਰੋਟੋਨੇਟ ਕਰੇਗਾ। ਤਾਂ ਜਿੱਦਾਂ ਹੀ ਆਕਸੀਜਨ ਪ੍ਰੋਟੋਨੇਟ ਹੋਏਗਾ, ਕਾਹਦੇ ਵਿੱਚ ਕਨਵਰਟ ਹੋ ਜਾਏਗਾ, ਤੁਹਾਡੇ ਵਾਟਰ ਮੋਲੀਕਿਊਲ ਦੇ ਵਿੱਚ। ਤੇ ਤੁਹਾਨੂੰ ਪਤਾ ਹੈ ਵਾਟਰ ਮੋਲੀਕਿਊਲ ਕੀ ਹੁੰਦਾ ਹੈ, ਤੁਹਾਡਾ ਇੱਕ ਅੱਛਾ ਲਿਵਿੰਗ ਗਰੁੱਪ ਹੈ। ਤੇ ਇੱਥੇ ਤੁਹਾਡਾ ਕੀ ਜਨਰੇਟ ਹੋਏਗਾ, ਕਾਰਬੋਕੇਟਾਇਨ, ਜਿਸ ਨੂੰ ਆਪਾਂ ਬੋਲਦੇ ਹਾਂ ਨਾਈਟ੍ਰੋਸੋਨੀਅਮ ਆਇਨ। ਇਸ ਨੂੰ ਆਪਾਂ ਕੀ ਬੋਲਦੇ ਹਾਂ, ਨਾਈਟ੍ਰੋਸੋਨੀਅਮ ਆਇਨ। ਦਿਸ ਇਜ਼ ਦਾ ਨੇਮ ਆਫ NO ਪੋਜ਼ਿਟਿਵ ਕੈਟਾਇਨ। ਇਸ ਦਾ ਕੈਟਾਇਨ ਦਾ ਨਾਮ ਕੀ ਹੁੰਦਾ ਹੈ, ਨਾਈਟ੍ਰੋਸੋਨੀਅਮ ਆਇਨ। ਦੇਖੋ ਸਭ ਤੋਂ ਪਹਿਲੇ ਸਟੈਪ ਦੇ ਵਿੱਚ ਤੁਹਾਡਾ ਇਹ ਜਨਰੇਟ ਹੁੰਦਾ ਹੈ। ਨੈਕਸਟ ਸਟੈਪ ਦੇ ਵਿੱਚ ਦੇਖੋ ਕੀ ਹੋਏਗਾ ਕਿ ਜੋ ਤੁਸੀਂ ਅਮਾਈਨ ਲਿੱਤੀ ਹੈ RCH2 NH2, ਦੇਖੋ ਇੱਥੇ ਨਾਈਟ੍ਰੋਜਨ ਕੋਲ ਕੀ ਹੈ, ਲੋਨ ਪੇਅਰ ਨਹੀਂ, ਤੇ ਜੋ ਤੁਹਾਡੇ ਇੱਥੇ ਕੋਲ ਆਇਨ ਜਨਰੇਟ ਹੋਇਆ ਹੈ ਉਹਦੇ ਕੋਲ ਇਲੈਕਟ੍ਰੋਨ ਦੀ ਕਮੀ ਹੈ ਕਿਉਂਕਿ ਪੋਜ਼ਿਟਿਵ ਚਾਰਜ ਹੈ। ਤਾਂ ਪਹਿਲੇ ਸਟੈਪ ਦੇ ਵਿੱਚ ਕੀ ਹੋਏਗਾ, ਇਹਨਾਂ ਦਾ ਨਿਊਕਲੀਓਫਾਈਲ ਇਲੈਕਟ੍ਰੋਫਾਈਲ ਤੇ ਕੀ ਕਰੇਗਾ, ਤੁਹਾਡੇ ਅਟੈਕ ਕਰੇਗਾ। ਤਾਂ ਜਿੱਦਾਂ ਹੀ ਇਸਨੇ ਅਟੈਕ ਕੀਤਾ ਕੀ ਬਣੇਗਾ, RCH2, ਇੱਥੇ ਤੁਹਾਡਾ NH ਹੈ, NH ਦੇ ਨਾਲ ਬੌਂਡ ਕਾਹਦਾ ਬਣੇਗਾ, ਨਾਈਟ੍ਰੋਜਨ ਦਾ, ਡਬਲ ਬੌਂਡ ਆਕਸੀਜਨ। ਤਾਂ ਪਹਿਲੇ ਸਟੈਪ ਦੇ ਵਿੱਚ ਤੁਹਾਡੀ ਰਿਐਕਸ਼ਨ ਏਦਾਂ ਚੱਲੇਗੀ। ਇਸ ਤੋਂ ਬਾਅਦ ਦੇਖੋ ਕੀ ਹੋਏਗਾ, ਨਾਈਟ੍ਰੋਜਨ ਦੇ ਲੋਨ ਪੇਅਰ ਹੈ ਉਹ ਰੈਜ਼ੋਨੈਂਸ ਕਰ ਸਕਦੇ ਨੇ, ਨਾਈਟ੍ਰੋਜਨ ਦੀ ਲੋਨ ਪੇਅਰ ਗਈ, ਆਹ ਬੌਂਡ ਇਸ ਤਰ੍ਹਾਂ ਸ਼ਿਫਟ ਹੋਇਆ, ਤਾਂ ਇੱਥੇ ਰੈਜ਼ੋਨੈਂਸ ਪੋਸੀਬਲ ਹੈ, ਜਿਸ ਨੂੰ ਆਪਾਂ ਟੋਟੋਮਰ ਦੀ ਫਾਰਮ 'ਚ ਵੀ ਐਗਜ਼ਿਸਟ ਕਰਵਾ ਸਕਦੇ ਹਾਂ। ਟੋਟੋਮਰ ਦੇ ਵਿੱਚ ਵੀ ਇਹੀ ਚੀਜ਼ ਹੈ ਕਿ ਜੋ ਤੁਹਾਡਾ ਇੱਥੇ ਆਹ ਹਾਈਡਰੋਜਨ ਹੈ, ਜਿੱਦਾਂ ਹੀ ਤੁਹਾਡਾ ਰੈਜ਼ੋਨੈਂਸ ਹੋਇਆ ਆਕਸੀਜਨ ਤੇ ਨੈਗੇਟਿਵ ਚਾਰਜ ਆਏਗਾ, ਉਹ ਨੈਗੇਟਿਵ ਚਾਰਜ ਤੁਹਾਡੇ ਇਸ ਪ੍ਰੋਟੋਨ ਨੂੰ ਕੀ ਕਰ ਲੇਗੀ, ਅਬਸਟ੍ਰੈਕਟ ਕਰ ਲੇਗੀ। ਤਾਂ ਇੱਥੇ ਕੀ ਬਣ ਜਾਏਗਾ, ਤੁਹਾਡਾ ਟੋਟੋਮਰਾਈਜ਼ ਸਟਰਕਚਰ ਵੀ ਬਣ ਜਾਏਗਾ, ਜਿਹੜਾ ਤੁਹਾਡਾ ਇਸ ਫਾਰਮ ਦੇ ਵਿੱਚ ਜਨਰੇਟ ਹੋਏਗਾ। ਨੈਕਸਟ ਦੇਖੋ ਐਸਿਡ ਦੀ ਕੰਡੀਸ਼ਨ ਹਜੇ ਵੀ ਹੈ, ਤਾਂ ਉਹ ਇਸ ਨੂੰ ਕੀ ਕਰ ਦੇਣਗੇ, ਪ੍ਰੋਟੋਨੇਟ ਕਰ ਦੇਗਾ। ਪ੍ਰੋਟੋਨੇਟ ਕਰਨ ਤੋਂ ਬਾਅਦ ਦੇਖੋ ਇੱਥੇ ਕੀ ਹੋਏਗਾ, ਤੁਹਾਡਾ ਵਾਟਰ ਦੀ ਫਾਰਮ 'ਚ ਬਣੇਗਾ, ਤੇ ਇਹ ਵਾਟਰ ਕੀ ਹੋ ਜਾਏਗਾ, ਤੁਹਾਡੇ ਸਿਸਟਮ 'ਚੋਂ ਨਿਕਲ ਜਾਏਗਾ। ਤਾਂ ਦੇਖੋ ਜਿੱਦਾਂ ਹੀ ਇੱਥੋਂ ਵਾਟਰ ਨਿਕਲਿਆ ਕੀ ਬਣੇਗਾ, RCH2, ਇੱਥੇ ਕੀ ਬਣੇਗਾ, ਨਾਈਟ੍ਰੋਜਨ ਡਬਲ ਬੌਂਡ ਦਿਸ, ਤੇ ਇੱਥੇ ਕੀ ਚਾਰਜ ਆਏਗਾ, ਤੁਹਾਡਾ ਪੋਜ਼ਿਟਿਵ। ਨੈਕਸਟ ਸਟੈਪ ਦੇ ਵਿੱਚ ਕੀ ਹੋਏਗਾ, ਜੋ ਨਾਈਟ੍ਰੋਜਨ, ਇਸ ਨਾਈਟ੍ਰੋਜਨ ਦੇ ਦੇਖੋ ਲੋਨ ਪੇਅਰ ਨੇ ਉਹ ਏਦਾਂ ਸ਼ਿਫਟ ਕਰਨਗੇ। ਇਸ ਦਾ ਦੇਖੋ ਸ਼ਿਫਟ ਕਰਨ ਦਾ ਰੀਜ਼ਨ ਕੀ ਹੈ ਕਿ ਜੋ ਇੱਥੇ ਬਣੇਗਾ ਕੀ ਬਣੇਗਾ, ਇੱਥੇ N ਟ੍ਰਿਪਲ ਬੌਂਡ N ਪੋਜ਼ਿਟਿਵ। ਹੁਣ ਤੁਸੀਂ ਦੇਖ ਰਹੇ ਹੋ ਕਿ ਨਾਈਟ੍ਰੋਜਨ ਗੈਸ ਬਣਦੀ ਹੈ, ਤਾਂ ਨੈਕਸਟ ਸਟੈਪ ਦੇ ਵਿੱਚ ਕੀ ਹੋਏਗਾ, ਇੱਥੇ ਨਾਈਟ੍ਰੋਜਨ ਗੈਸ ਤੁਹਾਡੀ ਸਿਸਟਮ ਚੋਂ ਨਿਕਲ ਜੇਗੀ, ਤੇ ਤੁਹਾਡਾ ਇੱਥੇ ਕੀ ਜਨਰੇਟ ਹੋਏਗਾ, ਕਾਰਬੋਕੇਟਾਇਨ। ਇੱਥੇ ਨਾਈਟ੍ਰੋਜਨ ਗੈਸ ਨਿਕਲ ਜੇਗੀ ਤੇ ਤੁਹਾਡਾ ਕੀ ਜਨਰੇਟ ਹੋਏਗਾ, ਤੁਹਾਡਾ ਇੱਥੇ ਕਾਰਬੋਕੇਟਾਇਨ। ਤਾਂ ਜੋ ਤੁਹਾਡਾ ਇੱਥੇ ਕਾਰਬੋਕੇਟਾਇਨ ਜਨਰੇਟ ਹੋਇਆ ਹੈ, ਉਸ ਤੇ ਤੁਹਾਡਾ ਵਾਟਰ, ਜੋ ਪਹਿਲੇ ਸਟੈਪ ਦੇ ਵਿੱਚ ਵਾਟਰ ਮੋਲੀਕਿਊਲ ਨਿਕਲਿਆ ਸੀ, that will attack to form your alcohol, ਕਿਉਂਕਿ ਇੱਥੇ ਕਾਰਬੋਕੇਟਾਇਨ ਬਣਦਾ ਹੈ, so it can go under rearrangement reaction, so it can go under rearrangement reaction, ਕਿਉਂਕਿ ਕਾਰਬੋਕੇਟਾਇਨ ਫਾਰਮ ਹੋ ਰਿਹਾ ਹੈ। Now heading ਲਿਖੋ, method of preparation of phenol, method of preparation of phenol, ਕਿ ਤੁਸੀਂ ਫਿਨੋਲ ਨੂੰ ਕਿੱਦਾਂ ਜਨਰੇਟ ਕਰ ਸਕਦੇ ਹੋ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।
ਤੇ ਇਹਦੇ ਵਿੱਚ ਦੇਖੋ ਫਸਟ ਮੈਥਡ from benzene sulfonic acid, from benzene sulfonic acid। ਤਾਂ ਦੇਖੋ ਪਹਿਲਾਂ ਆਪਾਂ ਸਿੱਖ ਲੈਂਦੇ ਹਾਂ ਬੈਂਜ਼ੀਨ। ਅਗਰ ਤੁਸੀਂ ਬੈਂਜ਼ੀਨ ਦੀ ਰਿਐਕਸ਼ਨ ਸਲਫਿਊਰਿਕ ਐਸਿਡ ਦੇ ਨਾਲ ਕਰਦੇ ਹੋ, ਠੀਕ ਹੈ, at 353 ਕੈਲਵਿਨ, ਤਾਂ ਸਭ ਤੋਂ ਪਹਿਲਾਂ ਤੁਹਾਡਾ ਕੀ ਬਣਦਾ ਇੱਥੇ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਦੇ ਥਰੂ ਤੁਹਾਡਾ ਇੱਥੇ ਬੈਂਜ਼ੀਨ ਸਲਫੋਨਿਕ ਐਸਿਡ ਜਨਰੇਟ ਹੁੰਦਾ ਹੈ। ਜਦ ਬੈਂਜ਼ੀਨ ਦੇ ਉੱਪਰ ਤੁਹਾਡਾ SO3H ਗਰੁੱਪ ਅਟੈਚਡ ਹੁੰਦਾ ਹੈ, ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਬੈਂਜ਼ੀਨ ਸਲਫੋਨਿਕ ਐਸਿਡ। ਜਦੋਂ ਬੈਂਜ਼ੀਨ ਸਲਫੋਨਿਕ ਐਸਿਡ ਦੀ ਰਿਐਕਸ਼ਨ ਬੇਸ ਦੇ ਨਾਲ ਕਰਦੇ ਹਾਂ, ਦੇਖੋ ਇਹ ਤੁਹਾਡਾ ਐਸਿਡ ਹੈ, ਇਹ ਤੁਹਾਡਾ ਬੇਸ ਹੈ, ਤਾਂ ਐਸਿਡ ਬੇਸ ਮਿਲ ਕੇ ਕੀ ਬਣਾਉਣਗੇ ਤੁਹਾਡਾ ਇੱਥੇ ਸਾਲਟ। ਇੱਥੇ ਕੀ ਜਨਰੇਟ ਹੋਏਗਾ SO3 ਨੈਗੇਟਿਵ Na ਪੋਜ਼ਿਟਿਵ। ਆਫਟਰ ਦੈਟ ਦੇਖੋ ਜਦੋਂ ਇਸ ਨੂੰ ਹੀਟ ਕਰੋਗੇ, ਤੁਹਾਨੂੰ ਮੈਂ ਹਮੇਸ਼ਾ ਦੱਸਦਾ ਹਾਂ ਕਿ ਹੀਟ ਕਰਨ ਤੇ ਅਗਰ ਤੁਹਾਡੇ ਕੋਲ ਪੋਸੀਬਿਲਿਟੀ ਹੈ ਤਾਂ ਗੈਸ ਰਿਲੀਜ਼ ਹੁੰਦੀ ਹੈ, ਤਾਂ ਇੱਥੋਂ ਤੁਹਾਡੀ ਸਲਫਰ ਡਾਈਆਕਸਾਈਡ ਗੈਸ ਰਿਲੀਜ਼ ਹੁੰਦੀ ਹੈ ਤੇ ਅਲਟੀਮੇਟਲੀ ਇੱਥੇ ਕੀ ਰਹਿ ਜਾਂਦਾ ਤੁਹਾਡਾ ਫਿਨੋਕਸਾਈਡ ਆਇਨ ਜਨਰੇਟ ਹੁੰਦਾ ਹੈ। ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਫਿਨੋਕਸਾਈਡ, ਸੋਡੀਅਮ ਫਿਨੋਕਸਾਈਡ ਬੋਲਦੇ ਨੇ ਵੈਸੇ ਕਿਉਂਕਿ ਸੋਡੀਅਮ ਨਾਲ ਅਟੈਚਡ ਹੈ। ਅਗਰ ਇੱਥੇ ਸੋਡੀਅਮ ਨਾ ਲਿਖਦੇ ਤਾਂ ਇਸ ਨੂੰ ਆਪਾਂ ਲਿਖਦੇ ਸੋਡੀਅਮ ਫਿਨੋਕਸਾਈਡ ਆਇਨ। ਤਾਂ ਕਿਉਂਕਿ ਆਪਾਂ ਫਿਨੋਲ ਬਣਾਉਣਾ ਹੈ, ਹੁਣ ਆਪਾਂ ਇਹਦੀ ਰਿਐਕਸ਼ਨ ਕੀ ਕਰਾਂਗੇ ਐਸਿਡਿਕ ਮੀਡੀਅਮ ਚ ਕਰ ਦਾਂਗੇ। ਤਾਂ ਐਸਿਡਿਕ ਮੀਡੀਅਮ ਦੇ ਨਾਲ ਕਰਨ ਨਾਲ ਕੀ ਹੋਏਗਾ ਕਿ ਫਾਈਨਲੀ ਐਸਿਡਿਕ ਮੀਡੀਅਮ ਦੇ ਵਿੱਚ ਅਗਰ ਆਪਾਂ ਇਸ ਦੀ ਰਿਐਕਸ਼ਨ ਕਰਦੇ ਹਾਂ ਤਾਂ ਇੱਥੇ ਫਾਈਨਲੀ ਕੀ ਹੋਏਗਾ ਤੁਹਾਡਾ ਫਿਨੋਲ ਬਣ ਜਾਏਗਾ ਤੇ ਨਾਲ ਤੁਹਾਡਾ ਕੀ ਨਿਕਲ ਜਾਏਗਾ ਬਾਹਰ NaCl ਬਾਹਰ ਨਿਕਲ ਜਾਏਗਾ। So this is the first method to prepare your phenol from benzene sulfonic acid। I repeat again, benzene ਸਭ ਤੋਂ ਪਹਿਲਾਂ electrophilic substitution reaction ਕਰਕੇ ਤੁਹਾਡਾ ਸਭ ਤੋਂ ਪਹਿਲਾਂ benzene sulfonic acid ਦੀ ਫਾਰਮੇਸ਼ਨ ਕਰਦਾ ਹੈ। ਉਸ ਤੋਂ ਬਾਅਦ ਉਸਦੀ ਰਿਐਕਸ਼ਨ ਆਪਾਂ ਬੇਸ ਦੇ ਨਾਲ ਕਰਵਾਉਂਦੇ ਹਾਂ ਤਾਂ ਕਿ ਆਪਾਂ ਉੱਥੇ ਇੱਕ ਸੋਡੀਅਮ ਬੈਂਜ਼ੀਨ ਸਲਫੋਨੇਟ ਆਇਨ ਜਨਰੇਟ ਕਰ ਸਕੀਏ, ਜਿਸ ਨੂੰ ਹੀਟ ਕਰਨ ਤੇ ਤੁਹਾਡੀ ਸਲਫਰ ਡਾਈਆਕਸਾਈਡ ਗੈਸ ਰਿਲੀਜ਼ ਹੁੰਦੀ ਹੈ, ਠੀਕ ਹੈ, ਜਿਸ ਨਾਲ ਤੁਹਾਡਾ ਸੋਡੀਅਮ ਫਿਨੋਕਸਾਈਡ ਆਇਨ ਫਾਰਮ ਹੁੰਦਾ ਹੈ। ਤੇ ਅਗਰ ਤੁਸੀਂ ਉਸਦੀ ਰਿਐਕਸ਼ਨ ਐਸਿਡਿਕ ਕੰਡੀਸ਼ਨ ਦੇ ਵਿੱਚ ਕਰਵਾ ਦਿੰਦੇ ਹੋ ਤਾਂ ਜੋ ਤੁਹਾਡਾ O ਨੈਗੇਟਿਵ ਹੈ that will abstract the proton to final formation of your phenol to eliminate NaCl from benzene diazonium salt, benzene diazonium salt। ਤਾਂ ਦੇਖੋ ਬੈਂਜ਼ੀਨ ਡਾਈਜ਼ੋਨੀਅਮ ਸਾਲਟ ਬਣਦਾ ਕਿੱਦਾਂ ਹੈ ਕਿ ਜਦ ਤੁਸੀਂ ਇੱਕ ਐਨਿਲੀਨ ਦੀ ਰਿਐਕਸ਼ਨ ਨਾਈਟਰਸ ਐਸਿਡ ਦੇ ਨਾਲ ਕਰਦੇ ਹੋ ਅੰਡਰ ਕੋਲਡ ਕੰਡੀਸ਼ਨ, ਮਤਲਬ 0 to 5 ਡਿਗਰੀ ਟੈਂਪਰੇਚਰ ਕੰਡੀਸ਼ਨ ਦੇ ਵਿੱਚ, ਇੱਥੇ ਤੁਹਾਡਾ ਕੀ ਜਨਰੇਟ ਹੁੰਦਾ ਹੈ ਤੁਹਾਡਾ ਬੈਂਜ਼ੀਨ ਡਾਈਜ਼ੋਨੀਅਮ ਸਾਲਟ। ਬੈਂਜ਼ੀਨ ਡਾਈਜ਼ੋਨੀਅਮ ਸਾਲਟ ਦੀ ਰਿਐਕਸ਼ਨ ਜਦੋਂ ਤੁਸੀਂ ਡਾਇਲੂਟ ਸਲਫਿਊਰਿਕ ਐਸਿਡ ਦੇ ਨਾਲ ਕਰਦੇ ਹੋ ਅੰਡਰ ਸਲਾਈਟ ਵਾਰਮ ਕੰਡੀਸ਼ਨ, ਤਾਂ ਇੱਥੇ ਤੁਹਾਡਾ ਕੀ ਫਾਰਮ ਹੋ ਜਾਂਦਾ ਹੈ ਤੁਹਾਡਾ ਫਿਨੋਲ। ਇੱਥੇ ਕੀ ਫਾਰਮ ਹੋ ਜਾਂਦਾ ਹੈ ਤੁਹਾਡਾ ਫਿਨੋਲ along with the elimination of your nitrogen gas plus HCl। ਅਗਰ ਬੈਂਜ਼ੀਨ ਡਾਈਜ਼ੋਨੀਅਮ ਸਾਲਟ ਦੀ ਰਿਐਕਸ਼ਨ ਤੁਸੀਂ ਹਾਈਪੋਫੋਸਫੋਰਸ ਐਸਿਡ ਦੇ ਨਾਲ ਕਰਦੇ ਹੋ ਸੋ ਇਟ ਵਿਲ ਕਨਵਰਟ ਡਾਇਰੈਕਟਲੀ ਇਨਟੂ ਯੂਅਰ ਬੈਂਜ਼ੀਨ, ਡਾਇਰੈਕਟਲੀ ਕਨਵਰਟ ਹੋ ਜਾਂਦਾ ਹੈ ਤੁਹਾਡੇ ਬੈਂਜ਼ੀਨ ਤੋਂ। ਅਗਰ ਮੰਨ ਲਓ ਤੁਸੀਂ ਐਨਿਲੀਨ ਤੋਂ ਬੈਂਜ਼ੀਨ ਨੂੰ ਜਨਰੇਟ ਕਰਨਾ ਹੈ ਡਾਇਰੈਕਟਲੀ, ਤਾਂ ਤੁਸੀਂ ਇਸ ਦੀ ਰਿਐਕਸ਼ਨ ਇਥੇਨੋਲ ਨਾਲ ਕਰਵਾ ਸਕਦੇ ਹੋ ਅੰਡਰ ਸਲਾਈਟ ਵਾਰਮ ਕੰਡੀਸ਼ਨ, so your aniline will directly convert into your benzene। ਬਟ ਅਗਰ ਤੁਹਾਡੇ ਕੋਲ ਬੈਂਜ਼ੀਨ ਡਾਈਜ਼ੋਨੀਅਮ ਸਾਲਟ ਹੈ, ਉਸ ਦੀ ਰਿਐਕਸ਼ਨ ਅਗਰ ਤੁਸੀਂ ਹਾਈਪੋ ਫੋਸਫੋਰਸ ਐਸਿਡ ਦੇ ਨਾਲ ਕਰੋਗੇ so that will directly convert into your benzene। next method ਲਿਖੋ by decarboxylation of salicylic acid, of salicylic acid। ਦੇਖੋ ਡੀਕਾਰਬੋਕਸਿਲੇਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ, ਡੀਕਾਰਬੋਕਸਿਲੇਸ਼ਨ ਦਾ ਮਤਲਬ ਕੀ ਹੁੰਦਾ ਹੈ, ਆਪਾਂ ਇੱਥੋਂ ਰਿਮੂਵ ਕਰਵਾਉਣਾ ਹੈ ਤੁਹਾਡਾ ਕਾਰਬਨ ਡਾਈਆਕਸਾਈਡ ਗੈਸ, ਜਿਸ ਨੂੰ ਆਪਾਂ ਪ੍ਰੋਸੈਸ ਨੂੰ ਬੋਲਦੇ ਹਾਂ ਡੀਕਾਰਬੋਕਸਿਲੇਸ਼ਨ। ਤਾਂ ਜਨਰਲੀ ਜੋ ਡੀਕਾਰਬੋਕਸਿਲੇਸ਼ਨ ਹੁੰਦੀ ਹੈ ਜਾਂ ਤਾਂ ਆਪਾਂ ਸੋਡਾ ਲਾਈਮ ਦੀ ਪ੍ਰੈਜ਼ੈਂਸ ਕਰਦੇ ਹਾਂ ਤੇ ਉਸ ਨੂੰ ਕੀ ਕਰਦੇ ਹਾਂ ਆਪਾਂ ਹੀਟ ਕਰਦੇ ਹਾਂ, ਸੋ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਸੈਲਿਸਿਲਿਕ ਐਸਿਡ।
ਜਦੋਂ ਤੁਸੀਂ ਇਸ ਦੀ ਰਿਐਕਸ਼ਨ ਸੋਡਾ ਲਾਈਮ ਦੇ ਨਾਲ ਕਰਦੇ ਹੋ, ਜਦੋਂ ਤੁਸੀਂ ਇਸ ਦੀ ਰਿਐਕਸ਼ਨ ਸੋਡਾ ਲਾਈਮ ਦੇ ਨਾਲ ਕਰਦੇ ਹੋ, ਸੋਡਾ ਲਾਈਮ ਕੀ ਹੁੰਦਾ ਹੈ ਤੁਹਾਡਾ NaOH in the presence of ਕੈਲਸ਼ੀਅਮ ਆਕਸਾਈਡ, ਜਿਸ ਨੂੰ ਆਪਾਂ ਬੋਲਦੇ ਹਾਂ ਸੋਡਾ ਲਾਈਮ। ਤੇ ਅਗਰ ਇਸ ਨੂੰ ਹੀਟ ਵੀ ਕਰੋਗੇ ਤਾਂ ਇੱਥੇ ਤੁਹਾਡਾ ਅਲਟੀਮੇਟਲੀ ਕੀ ਜਨਰੇਟ ਹੋਏਗਾ, ਤੁਹਾਡਾ ਫਿਨੋਲ ਤੇ ਕਾਰਬਨ ਡਾਈਆਕਸਾਈਡ ਗੈਸ ਕੀ ਹੋ ਜਾਏਗੀ ਰਿਲੀਜ਼। ਇੱਥੇ ਹੀਟ ਕਰਨ ਦੀ ਰਿਕੁਆਇਰਮੈਂਟ ਕਿਉਂ ਪਈ ਹੈ, ਬਿਕੋਜ਼ ਕਿ ਤੁਹਾਨੂੰ ਮੈਂ ਦੱਸਿਆ ਸੀ ਕਿ ਜੋ ਰਿਐਕਸ਼ਨ ਇਹ ਪ੍ਰੋਸੀਡ ਹੁੰਦੀ ਹੈ, ਇੱਥੇ ਜਿਹੜਾ ਇੰਟਰਮੀਡੀਏਟ ਜਨਰੇਟ ਹੁੰਦਾ ਹੈ ਉਹ ਹੁੰਦਾ ਹੈ ਕਾਰਬ ਐਨਾਇਨ, ਤੇ ਇੱਥੇ ਜਿਹੜਾ CO2 ਜਦੋਂ ਨਿਕਾਲੋਗੇ ਤਾਂ ਕਾਰਬਨਾਈਨ ਕਿਹੜਾ ਜਨਰੇਟ ਹੋਏਗਾ ਤੁਹਾਡਾ OH। ਇਸ ਤੇ ਆਏਗਾ ਨੈਗੇਟਿਵ ਚਾਰਜ, ਕਿਉਂਕਿ ਇਹ ਨੈਗੇਟਿਵ ਚਾਰਜ ਇੱਥੇ ਸਟੇਬਲ ਨਹੀਂ ਹੈ, ਤਾਂ ਕਰਕੇ ਆਪਾਂ ਨੂੰ ਇੱਥੇ ਹੀਟਿੰਗ ਕੰਡੀਸ਼ਨਸ ਨੂੰ ਯੂਜ਼ ਕਰਨਾ ਪੈ ਰਿਹਾ ਹੈ ਟੂ ਐਲੀਮੀਨੇਟ ਯੂਅਰ ਕਾਰਬਨ ਡਾਈਆਕਸਾਈਡ ਗੈਸ। नेक्स्ट मेथड लिखो फ्रॉम एराइल हैलाइड। फोर्थ मेथड लिखो फ्रॉम एराइल हैलाइड। लास्ट चैप्टर ਦੇ ਵਿੱਚ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ, ਇਸ ਨੂੰ ਆਪਾਂ ਡੋਸ ਪ੍ਰੋਸੈਸ ਵੀ ਬੋਲਦੇ ਹਾਂ। ਮੈਂ ਤੁਹਾਨੂੰ ਦੱਸਿਆ ਸੀ ਕਿ ਜੋ ਤੁਹਾਡੇ ਅਰਾਈਲ ਹੈਲਾਈਡਸ ਹੁੰਦੇ ਨੇ ਉਹ ਤੁਹਾਡੇ ਈਜ਼ੀਲੀ ਇਲੈਕਟ੍ਰੋ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨਸ ਨਹੀਂ ਦਿੰਦੇ ਹੈ ਨਾ, ਡਿਊ ਟੂ ਦਾ ਡਬਲ ਬੌਂਡ ਕਰੈਕਟਰ। ਤੇ ਬਟ ਅਗਰ ਤੁਸੀਂ ਚਾਹੁੰਦੇ ਹੋ ਕਿ ਉੱਥੇ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ ਹੋਵੇ ਤਾਂ ਤੁਹਾਨੂੰ ਬੜੀਆਂ ਹੀ ਹਾਰਸ਼ ਕੰਡੀਸ਼ਨਸ ਰਿਕੁਆਇਰਮੈਂਟ ਹੁੰਦੀਆਂ ਨੇ। ਫੋਰ ਐਗਜ਼ਾਮਪਲ ਇੱਥੇ ਤੁਹਾਡਾ 623 ਕੈਲਵਿਨ ਤੇ ਥੋੜਾ 300 ਐਟਮੋਸਫੇਅਰ ਦੇ ਅਰਾਊਂਡ ਪ੍ਰੈਸ਼ਰ ਦੀ ਰਿਕੁਆਇਰਮੈਂਟ ਪੈਂਦੀ ਹੈ ਇਫ ਯੂ ਵਾਂਟ ਟੂ ਯੋਰ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਰਿਐਕਸ਼ਨ। ਅੰਡਰ ਨਾਰਮਲ ਕੰਡੀਸ਼ਨ ਇਹ ਰਿਐਕਸ਼ਨ ਪ੍ਰੋਸੀਡ ਨਹੀਂ ਹੁੰਦੀ, ਠੀਕ ਹੈ। ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਕੰਡੀਸ਼ਨ ਨੂੰ ਆਪਾਂ ਨਾਰਮਲ ਕੰਡੀਸ਼ਨ ਦੇ ਵਿੱਚ ਪ੍ਰੋਸੈਸ ਕਰਵਾਈਏ ਤਾਂ ਇੱਥੇ ਆਪਾਂ ਕੀ ਕਰਦੇ ਹਾਂ, ਇਸ ਦੀ ਔਰਥੋ ਤੇ ਮੈਟਾ, ਔਰਥੋ ਤੇ ਪੈਰਾ ਪੋਜੀਸ਼ਨ ਦੇ ਵਿੱਚ ਆਪਾਂ ਕੀ ਲਗਾ ਦਿੰਦੇ ਹਾਂ, ਇਲੈਕਟ੍ਰੋਨ ਵਿਦਡਰਾਇੰਗ ਗਰੁੱਪ ਅਟੈਚ ਕਰ ਦਿੰਦੇ ਹਾਂ, ਜਿਸ ਨਾਲ ਜੋ ਤੁਹਾਡੀ ਰਿਐਕਸ਼ਨ ਹੈ ਉਹ ਨਾਰਮਲ ਰੂਮ ਟੈਂਪਰੇਚਰ ਤੇ ਪ੍ਰੋਸੀਡ ਹੋ ਜਾਂਦੀ ਹੈ। ਤਾਂ ਇੱਥੇ ਜੋ ਤੁਹਾਡਾ ਪ੍ਰੋਡਕਟ ਬਣੇਗਾ ਉਹ ਕੀ ਬਣੇਗਾ, ਇਲੈਕਟ੍ਰੋਫਿਲਿਕ ਨਿਊਕਲੀਓਫਿਲਿਕ ਸਬਸਟੀਟਿਊਸ਼ਨ ਦੇ ਥਰੂ ਤੁਹਾਡਾ ਇੱਥੇ ਬਣੇਗਾ ਪਿਕਰਿਕ ਐਸਿਡ। ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਪਿਕਰਿਕ ਐਸਿਡ, that is very acidic in nature due to resonance stabilized structure and the electron withdrawing nature of the group present at your ortho and para position। ਇੱਕ ਚੀਜ਼ ਦਾ ਧਿਆਨ ਰੱਖਣਾ, ਔਰਥੋ ਤੇ ਪੈਰਾ ਪੋਜੀਸ਼ਨ ਤੇ ਹੀ ਤੁਹਾਡਾ ਰੈਜ਼ੋਨੈਂਸ, ਜਿਸ ਨੂੰ ਆਪਾਂ ਪਲੱਸ ਆਰ ਇਫੈਕਟ ਜਾਂ ਥੋੜਾ ਪਲੱਸ ਐਮ ਇਫੈਕਟ ਬੋਲਦੇ ਹਾਂ, ਉਹ ਆਪਰੇਟ ਹੁੰਦਾ ਹੈ ਔਰਥੋ ਤੇ ਪੈਰਾ ਪੋਜੀਸ਼ਨ ਤੇ। ਬਟ ਅਗਰ ਕੋਈ ਗਰੁੱਪ ਤੁਹਾਡਾ ਮੈਟਾ ਪੋਜੀਸ਼ਨ ਤੇ ਲੱਗਿਆ ਹੈ ਤਾਂ ਮੈਟਾ ਪੋਜੀਸ਼ਨ ਤੇ ਉਹ ਸਿਰਫ ਤੇ ਸਿਰਫ ਤੁਹਾਡਾ ਇੰਡਕਟਿਵ ਇਫੈਕਟ ਹੀ ਆਪਰੇਟ ਕਰਦਾ ਹੈ। ਔਰਥੋ ਤੇ ਪੈਰਾ ਤੇ ਤੁਹਾਡਾ ਰੈਜ਼ੋਨੈਂਸ ਇਫੈਕਟ ਆਪਰੇਟ ਹੁੰਦਾ ਹੈ, ਚਾਹੇ ਤੁਹਾਡਾ ਪਲੱਸ ਆਰ ਹੋਵੇ ਚਾਹੇ ਤੁਹਾਡਾ ਮਾਈਨਸ ਆਰ ਹੋਵੇ। ਬਟ ਅਗਰ ਤੁਹਾਡਾ ਕੋਈ ਗਰੁੱਪ ਮੈਟਾ ਪੋਜੀਸ਼ਨ ਤੇ ਲੱਗਿਆ ਹੈ ਤਾਂ ਮੈਟਾ ਤੇ ਉਹ ਆਲਵੇਜ਼ ਇੰਡਕਟਿਵ ਇਫੈਕਟ ਹੀ ਸ਼ੋ ਕਰਦਾ ਹੈ, ਚਾਹੇ ਪਲੱਸ ਆਈ ਹੋਵੇ ਚਾਹੇ ਤੁਹਾਡਾ ਮਾਈਨਸ ਆਈ ਹੋਵੇ। दैट इज वेरी वेरी इंपॉर्टेंट पॉइंट। नेक्स्ट मेथड लिखो फ्रॉम क्यूमीन। सब तो इंपॉर्टेंट मेथड है, ਇਸ ਨੂੰ ਪਲੀਜ਼ ਧਿਆਨ ਦੇ ਨਾਲ ਸਮਝਣਾ ਹੈ। ਦੇਖੋ ਕਿਊਮੀਨ ਕਿਸ ਨੂੰ ਆਪਾਂ ਕਿਊਮੀਨ ਬੋਲਦੇ ਹਾਂ, ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ। ਕਿਊਮੀਨ ਆਪਾਂ ਬੋਲਦੇ ਹਾਂ ਆਈਸੋਪ੍ਰੋਪਾਈਲ ਬੈਂਜ਼ੀਨ। ਆਈਸੋਪ੍ਰੋਪਾਈਲ ਬੈਂਜ਼ੀਨ, ਜਦੋਂ ਤੁਹਾਡੇ ਬੈਂਜ਼ੀਨ ਰਿੰਗ ਦੇ ਉੱਪਰ ਆਈਸੋਪ੍ਰੋਪਾਈਲ ਗਰੁੱਪ ਅਟੈਚਡ ਹੁੰਦਾ ਹੈ ਉਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਕਿਊਮੀਨ। ਦੇਖੋ CH ਤੇ ਨਾਲ ਤੁਹਾਡੇ ਲੱਗੇ ਹੋਣਗੇ ਦੋ ਮਿਥਾਈਲ ਗਰੁੱਪ, ਦਿਸ ਇਜ਼ ਯੋਰ ਆਈਸੋਪ੍ਰੋਪਾਈਲ ਗਰੁੱਪ। ਤੇ ਇਸ ਨਾਲ ਜਦੋਂ ਬੈਂਜ਼ੀਨ ਅਟੈਚਡ ਹੁੰਦੀ ਹੈ ਇਸ ਨੂੰ ਆਪਾਂ ਬੋਲਦੇ ਹਾਂ ਤੁਹਾਡਾ ਕਿਊਮੀਨ। ਦੇਖੋ ਜਦੋਂ ਕਿਊਮੀਨ ਦੀ ਤੁਸੀਂ ਏਰੀਅਲ ਆਕਸੀਡੇਸ਼ਨ ਕਰਵਾਨੀ ਹੋ, ਏਰੀਅਲ ਆਕਸੀਡੇਸ਼ਨ ਦਾ ਮਤਲਬ ਆਕਸੀਜਨ ਦੀ ਪ੍ਰੈਜ਼ੈਂਸ ਦੇ ਵਿੱਚ ਟੈਂਪਰੇਚਰ ਦੀ ਪ੍ਰੈਜ਼ੈਂਸ ਦੇ ਵਿੱਚ ਇਹਦੀ ਰਿਐਕਸ਼ਨ ਕਰਵਾਨੀ ਹੋ ਤਾਂ ਟੈਂਪਰੇਚਰ ਹੈ, ਟੈਂਪਰੇਚਰ ਦੀ ਪ੍ਰੈਜ਼ੈਂਸ ਕਿਹੜਾ ਮੈਕੈਨਿਜ਼ਮ ਹੁੰਦਾ ਹੈ ਤੁਹਾਡਾ ਇੱਥੇ, ਫ੍ਰੀ ਰੈਡੀਕਲ। ਤਾਂ ਫ੍ਰੀ ਰੈਡੀਕਲ ਹੋਣ ਕਰਕੇ ਦੇਖੋ ਪਹਿਲੇ ਸਟੈਪ ਦੇ ਵਿੱਚ ਕੀ ਹੈ ਕਿ ਜੋ ਤੁਹਾਡਾ ਕਾਰਬਨ ਤੇ ਹਾਈਡਰੋਜਨ ਹੈ ਇਹ ਹੋਮੋਲਿਟਿਕਲੀ ਕਲੀਵ ਕਰਦੇ ਨੇ, ਤੇ ਜੋ ਤੁਹਾਡਾ ਆਕਸੀਜਨ ਦਾ ਮੋਲੀਕਿਊਲ ਹੈ ਇਹ ਵੀ ਕੀ ਕਰਦੇ ਨੇ, ਹੋਮੋਲਿਟਿਕਲੀ ਬ੍ਰੇਕ ਕਰਦੇ ਨੇ। ਕਿਉਂ ਹੋਮੋਲਿਟਿਕਲੀ ਬ੍ਰੇਕ ਹੁੰਦਾ ਹੈ, ਕਿਉਂਕਿ ਜਿੱਦਾਂ ਹੀ ਕਾਰਬਨ ਇਸ ਕਾਰਬਨ ਤੇ ਰੈਡੀਕਲ ਆਏਗਾ ਉਹ ਤੁਹਾਡਾ ਰੈਜ਼ੋਨੈਂਸ ਨਾਲ ਵੀ ਸਟੇਬਲ ਹੈ ਤੇ ਜੋ ਤੁਹਾਡੇ ਮਿਥਾਈਲ ਗਰੁੱਪ ਅਟੈਚ ਨੇ ਉਸ ਦੇ ਨਾਲ ਵੀ ਹਾਈਪਰ ਕੰਜੂਗੇਸ਼ਨ ਸਟਰਕਚਰ ਬਣਾਉਣ ਦੇ ਨਾਲ ਕੀ ਹੋਏਗਾ, ਸਟੇਬਲ ਹੋਏਗਾ। ਤਾਂ ਦੇਖੋ ਇੱਥੇ ਬਣੇਗਾ ਕਿ ਹੁਣ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਨੀ ਹੈ ਅਲਟੀਮੇਟਲੀ ਕਿ ਜੋ ਤੁਹਾਡੀ ਇੱਥੇ ਤੁਹਾਡਾ ਰੈਡੀਕਲ ਜਨਰੇਟ ਹੋਇਆ ਹੈ, ਇੱਥੇ ਬਣ ਗਿਆ CH3, ਇੱਥੇ ਬਣ ਗਿਆ CH3। ਆਹ ਰੈਡੀਕਲ ਦੇਖੋ ਆਕਸੀਜਨ ਦੇ ਦੋ ਰੈਡੀਕਲ ਜਨਰੇਟ ਹੋਏ ਨੇ
ਤੇ ਇੱਥੇ ਇੱਕ H ਰੈਡੀਕਲ ਜਨਰੇਟ ਹੋਇਆ ਹੈ, ਤਾਂ ਇੱਥੇ ਅਲਟੀਮੇਟਲੀ ਕੀ ਹੋਏਗਾ ਕਿ ਜੋ ਤੁਹਾਡਾ ਆਕਸੀਜਨ ਮੋਲੀਕਿਊਲ ਦੇ ਰੈਡੀਕਲ ਨੇ ਉਹ ਤੁਹਾਡੇ CH ਬੌਂਡ ਦੇ ਵਿੱਚ ਆ ਕੇ ਇਨਸਰਟ ਹੋ ਜਾਣਗੇ ਇਸ ਤਰ੍ਹਾਂ। ਤਾਂ ਇੱਥੇ ਤੁਹਾਡਾ ਕੀ ਬਣਾਉਣਗੇ ਇਹ ਕਿਊਮੀਨ, ਇਸ ਨੂੰ ਆਪਾਂ ਬੋਲਦੇ ਹਾਂ ਕਿਊਮੀਨ ਹਾਈਡਰੋਪਰਆਕਸਾਈਡ, ਹਾਈਡਰੋਪਰ ਆਕਸਾਈਡ। ਦੇਖੋ ਹੁਣ ਨੈਕਸਟ ਸਟੈਪ ਦੇ ਵਿੱਚ ਇੱਥੇ ਆਪਾਂ ਕੀ ਪਾਵਾਂਗੇ ਐਸਿਡ। ਐਸਿਡ ਦਾ ਕੰਮ ਕੀ ਹੁੰਦਾ ਹੈ ਪ੍ਰੋਟੋਨੇਟ ਕਰਨਾ। ਹੁਣ ਦੇਖੋ ਜਿਹੜੇ ਇਸ ਆਕਸੀਜਨ ਦੇ ਲੋਨ ਪੇਅਰ ਨੇ ਉਹ ਕੀ ਕਰਨਗੇ ਇੱਥੇ ਇਸ ਨੂੰ ਪ੍ਰੋਟੋਨੇਟ ਕਰਨਗੇ। ਕੀ ਕਰਨਗੇ ਇਸ ਨੂੰ ਪ੍ਰੋਟੋਨੇਟ। ਦੇਖੋ ਪ੍ਰੋਟੋਨੇਟ ਹੋਣ ਦਾ ਵੀ ਇੱਕ ਰੀਜ਼ਨ ਹੈ, ਮੈਂ ਤੁਹਾਨੂੰ ਦੱਸਾਂਗਾ ਨੈਕਸਟ ਸਟੈਪ ਦੇ ਵਿੱਚ ਕਿਉਂ। ਕਿਉਂਕਿ ਜਦੋਂ ਹੀ ਪ੍ਰੋਟੋਨੇਟ ਹੋਏਗਾ ਉੱਥੇ ਕੀ ਬਣ ਜਾਏਗਾ ਵਾਟਰ ਮੋਲੀਕਿਊਲ, ਤੇ ਤੁਹਾਨੂੰ ਪਤਾ ਹੈ ਵਾਟਰ ਮੋਲੀਕਿਊਲ ਕੀ ਹੁੰਦਾ ਹੈ ਇੱਕ ਅੱਛਾ ਲਿਵਿੰਗ ਗਰੁੱਪ ਹੈ। ਤਾਂ ਜਿੱਦਾਂ ਹੀ ਇੱਥੋਂ ਵਾਟਰ ਮੋਲੀਕਿਊਲ ਲੀਵ ਕਰੇਗਾ ਤਾਂ ਲੀਵ ਕਰਨ ਤੇ ਦੇਖੋ ਆਕਸੀਜਨ ਤੇ ਚਾਰਜ ਕੀ ਆ ਜਾਏਗਾ ਤੁਹਾਡਾ ਪੋਜ਼ਿਟਿਵ ਚਾਰਜ। ਆਕਸੀਜਨ ਤੇ ਪੋਜ਼ਿਟਿਵ ਚਾਰਜ ਆ ਜਾਏਗਾ। ਤੁਹਾਨੂੰ ਪਤਾ ਹੈ ਆਕਸੀਜਨ ਤੇ ਜੋ ਤੁਹਾਡਾ ਪੋਜ਼ਿਟਿਵ ਚਾਰਜ ਹੁੰਦਾ ਹੈ that is not stable। ਤਾਂ ਇਸ ਚਾਰਜ ਨੂੰ ਡਿਕਰੀਜ਼ ਕਰਨ ਦੇ ਲਈ ਇੱਥੇ ਕੀ ਹੁੰਦਾ ਹੈ ਤੁਹਾਡਾ ਮਾਈਗ੍ਰੇਸ਼ਨ ਹੁੰਦੀ ਹੈ ਗਰੁੱਪਸ ਦੀ। ਕੀ ਕਰਦੇ ਇੱਕ ਗਰੁੱਪ ਮਾਈਗ੍ਰੇਟ ਕਰਦਾ ਹੈ। ਹੁਣ ਦੇਖੋ ਤੁਹਾਡਾ ਮਾਈਗ੍ਰੇਟ ਕਿਹੜਾ ਕਰਦਾ ਹੈ ਇੱਥੇ ਫਿਨਾਈਲ ਗਰੁੱਪ ਇੱਥੇ ਕੀ ਕਰਦਾ ਹੈ ਮਾਈਗ੍ਰੇਟ ਕਰਦਾ ਹੈ। ਦੇਖੋ ਆਕਸੀਜਨ ਤੇ ਪੋਜ਼ਿਟਿਵ ਚਾਰਜ ਹੈ, ਪੋਜ਼ਿਟਿਵ ਚਾਰਜ ਨੂੰ ਆਪਾਂ ਕੀ ਕਰਨਾ ਹੈ ਘਟਾਉਣਾ ਹੈ। ਤਾਂ ਪੋਜ਼ਿਟਿਵ ਚਾਰਜ ਨੂੰ ਘਟਾਉਣ ਦੇ ਲਈ ਉਸ ਤੇ ਅਟੈਕ ਕੌਣ ਕਰੇਗਾ ਇਲੈਕਟ੍ਰੋਨਸ। ਤਾਂ ਆਪਾਂ ਉਹ ਗਰੁੱਪ ਇੱਥੇ ਮਾਈਗ੍ਰੇਟ ਕਰਵਾਉਣਾ ਹੁੰਦਾ ਹੈ ਜੋ ਕਿ ਤੁਹਾਡਾ ਇਲੈਕਟ੍ਰੋਨ ਰਿਚ ਹੋਵੇ, ਕਿਉਂਕਿ ਅਗਰ ਇਲੈਕਟ੍ਰੋਨ ਰਿਚ ਹੋਏਗਾ ਤਾਂ ਹੀ ਤੁਹਾਡੇ ਉਸ ਪੋਜ਼ਿਟਿਵ ਚਾਰਜ ਨੂੰ ਕੀ ਕਰ ਸਕਦਾ ਹੈ ਉਹ ਡਿਸਪਰਸ ਕਰੇਗਾ। ਤਾਂ ਜਦ ਵੀ ਤੁਸੀਂ ਮਾਈਗ੍ਰੇਸ਼ਨ ਕਰਵਾਉਣੀ ਹੈ ਤਾਂ ਇਹ ਪੁਆਇੰਟ ਧਿਆਨ ਦੇ ਵਿੱਚ ਰੱਖਣਾ ਹੈ ਡਿਊਰਿੰਗ ਮਾਈਗ੍ਰੇਸ਼ਨ ਤੁਹਾਡਾ ਉਹ ਗਰੁੱਪ ਮਾਈਗ੍ਰੇਟ ਕਰਦਾ ਹੈ ਜੋ ਕਿ ਥੋੜਾ ਜ਼ਿਆਦਾ ਇਲੈਕਟ੍ਰੋਨ ਰਿਚ ਹੁੰਦਾ ਹੈ। ਤਾਂ ਇੱਥੇ ਜੋ ਥੋੜਾ ਫਿਨਾਈਲ ਗਰੁੱਪ ਹੈ ਕਿਉਂਕਿ ਇਹਦੇ ਵਿੱਚ ਡਬਲ ਬੌਂਡ ਪ੍ਰੈਜ਼ੈਂਟ ਨੇ, ਇਲੈਕਟ੍ਰੋਨ ਕਲਾਊਡ ਅਬਵ ਦਾ ਰਿੰਗ ਵੀ ਹੈ ਬਿਲੋ ਦਾ ਰਿੰਗ ਵੀ ਹੈ, ਤਾਂ ਇਹਦੇ ਵਿੱਚ ਇਲੈਕਟ੍ਰੋਨ ਡੈਂਸਿਟੀ ਜ਼ਿਆਦਾ ਹੋਣ ਕਰਕੇ ਇਹ ਗਰੁੱਪ ਕੀ ਕਰਦਾ ਤੁਹਾਡਾ ਮਾਈਗ੍ਰੇਟ ਕਰਦਾ ਹੈ। ਜਿੱਦਾਂ ਹੀ ਇਸਨੇ ਮਾਈਗ੍ਰੇਟ ਕੀਤਾ ਤਾਂ ਦੇਖੋ ਤੁਹਾਡੇ ਕੋਲ ਜਿਸ ਕਾਰਬਨ ਤੋਂ ਇਹ ਮਾਈਗ੍ਰੇਟ ਕਰ ਰਿਹਾ ਹੈ ਉਸ ਤੋਂ ਇਲੈਕਟ੍ਰੋਨ ਲੈ ਕੇ ਜਾ ਰਿਹਾ ਹੈ, ਤਾਂ ਉਸ ਕਾਰਬਨ ਤੇ ਇਹ ਕੀ ਛੱਡ ਕੇ ਜਾ ਰਿਹਾ ਪੋਜ਼ਿਟਿਵ ਚਾਰਜ, ਤੇ ਆਪਣੇ ਇਲੈਕਟ੍ਰੋਨ ਨੂੰ ਲੈ ਕੇ ਜਾ ਰਿਹਾ ਹੈ। ਤਾਂ ਇੱਥੇ ਕਿੱਦਾਂ ਅਟੈਚ ਹੋ ਜਾਏਗਾ ਇਹ ਇਸ ਤਰ੍ਹਾਂ ਆਕਸੀਜਨ ਦੇ ਨਾਲ ਜਾ ਕੇ ਕੀ ਹੋ ਜਾਏਗਾ ਇਹ ਅਟੈਚ ਹੋ ਜਾਏਗਾ। ਨੈਕਸਟ ਸਟੈਪ ਦੇ ਵਿੱਚ ਦੇਖੋ ਹੁਣ ਕੀ ਹੋਏਗਾ ਕਿ ਜੋ ਤੁਹਾਡਾ ਇੱਥੇ ਵਾਟਰ ਮੋਲੀਕਿਊਲ ਨਿਕਲਿਆ ਸੀ, ਨੈਕਸਟ ਸਟੈਪ ਦੇ ਵਿੱਚ ਉਹ ਵਾਟਰ ਮੋਲੀਕਿਊਲ ਕੀ ਕਰੇਗਾ ਤੁਹਾਡੇ ਕਾਰਬਨ ਜਿਸ ਤੇ ਪੋਜ਼ਿਟਿਵ ਚਾਰਜ ਹੈ ਉੱਤੇ ਅਟੈਕ ਕਰੇਗਾ, ਤੇ ਜੋ ਤੁਹਾਡਾ ਕਾਰਬਨ ਤੇ ਜੋ ਆਕਸੀਜਨ ਦਾ ਬੌਂਡ ਹੈ ਉਹ ਇਸ ਤਰ੍ਹਾਂ ਕਲੀਵ ਹੋ ਜਾਏਗਾ। ਤਾਂ ਜਿਸ ਤਰ੍ਹਾਂ ਹੀ ਬੌਂਡ ਕਲੀਵ ਹੋਇਆ ਤਾਂ ਆਕਸੀਜਨ ਤੇ ਨੈਗੇਟਿਵ ਚਾਰਜ ਆਇਆ ਉਸਨੇ ਵਾਟਰ ਤੋਂ H ਨੂੰ ਐਬਸਟ੍ਰੈਕਟ ਕਰਕੇ ਕਾਹਦੇ ਵਿੱਚ ਕਨਵਰਟ ਹੋ ਗਿਆ ਤੁਹਾਡੇ ਫਿਨੋਲ ਦੇ ਵਿੱਚ, ਤੇ ਜਿਸ ਵਾਟਰ ਨੇ ਇਸ ਤੇ ਅਟੈਕ ਕੀਤਾ ਸੀ ਕਾਹਦੇ ਵਿੱਚ ਕਨਵਰਟ ਹੋਇਆ ਤੁਹਾਡਾ CH3 ਕਾਰਬਨ CH3, ਇੱਥੇ ਕੀ ਬਣਿਆ ਤੁਹਾਡਾ ਫਿਨੋਲ ਬਣ ਗਿਆ। ਇੱਥੇ ਕੀ ਬਣ ਗਿਆ ਸੌਰੀ ਫਿਨੋਲ ਕਹਿ ਰਿਹਾ ਹਾਂ, ਇੱਥੇ ਕੀ ਬਣ ਗਿਆ ਤੁਹਾਡਾ OH ਗਰੁੱਪ ਆ ਕੇ ਇੱਥੇ ਫਾਰਮ ਹੋ ਗਿਆ। ਤਾਂ ਦੇਖੋ ਜਦੋਂ ਹੀ ਇੱਥੇ ਤੁਹਾਡਾ ਇੱਥੇ ਕੀ ਜਨਰੇਟ ਹੋਇਆ ਹੈ OH ਗਰੁੱਪ, ਇਹ ਕੀ ਕਰ ਸਕਦਾ ਹੈ ਤੁਹਾਡਾ ਇੱਥੇ ਕਾਰਬਨ ਦੀ ਵੈਲੈਂਸੀ ਦੇਖੋ ਪੂਰੀ ਨਹੀਂ ਆ ਹਨਾ, ਕਾਰਬਨ ਦੇ ਪੋਜ਼ਿਟਿਵ ਚਾਰਜ ਨੂੰ ਨਿਊਟਰਲਾਈਜ਼ ਕਰਨ ਦੇ ਲਈ ਆਕਸੀਜਨ ਆਪਣੀ ਲੋਨ ਪੇਅਰ ਕੀ ਕਰੇਗਾ ਇਸ ਨੂੰ ਡੋਨੇਟ ਕਰੇਗਾ ਥਰੂ ਬੈਕ ਬੌਂਡਿੰਗ, ਤਾਂ ਇਹ ਅਲਟੀਮੇਟਲੀ ਕਾਹਦੇ ਵਿੱਚ ਕਨਵਰਟ ਹੋ ਜਾਏਗਾ ਤੁਹਾਡੇ ਕਾਰਬੋਨਿਲ ਕਾਰਬਨ ਵਿੱਚ। ਤਾਂ ਇੱਥੇ ਤੁਹਾਡਾ ਦੇਖੋ ਫਿਨੋਲ ਜਨਰੇਟ ਹੁੰਦਾ ਹੈ ਤੇ ਫਿਨੋਲ ਦੇ ਨਾਲ ਨਾਲ ਤੁਹਾਡਾ ਇੱਥੇ ਕੀ ਬਣ ਰਿਹਾ ਇੱਥੇ ਐਸੀਟੋਨ। ਦੱਸਿਓ ਪ੍ਰੋਡਕਟ ਕੀ ਬਣੇਗਾ। ਤੁਹਾਡੇ ਕੋਲ ਦਿੱਤਾ ਹੈ ਮੈਂ ਇਹ ਬੈਂਜ਼ੀਨ ਦੇ ਨਾਲ ਤੁਹਾਡਾ ਸਾਈਕਲੋਹੈਕਸਾਈਲ ਗਰੁੱਪ ਹੈ। ਅਗਰ ਮੈਂ ਇਸਦੀ ਏਰੀਅਲ ਆਕਸੀਡੇਸ਼ਨ ਕਰਵਾ ਦਿੰਦਾ ਹਾਂ, ਏਰੀਅਲ ਆਕਸੀਡੇਸ਼ਨ ਪਹਿਲਾ ਸਟੈਪ ਹੈ। ਦੂਸਰਾ ਸਟੈਪ ਦੇ ਵਿੱਚ ਮੈਂ ਇਸਦੀ ਰਿਐਕਸ਼ਨ ਕਰਵਾ ਦਿੰਦਾ ਹਾਂ ਸਲਫਿਊਰਿਕ ਐਸਿਡ ਦੇ ਨਾਲ, ਤਾਂ ਵਟ ਵਿਲ ਬੀ ਦਾ ਪ੍ਰੋਡਕਟ ਫਾਰਮ। ਦੇਖੋ ਸਭ ਤੋਂ ਪਹਿਲਾਂ ਚੈੱਕ ਕਰੋ, ਦੇਖੋ ਇੱਥੇ ਤੁਹਾਡਾ ਕੀ ਹੈ ਅਲਫਾ ਪੋਜੀਸ਼ਨ ਤੇ ਹਾਈਡਰੋਜਨ ਪ੍ਰੈਜ਼ੈਂਟ ਹੈ, ਮਤਲਬ ਇੱਥੇ ਪ੍ਰੋਡਕਟ ਫਾਰਮੇਸ਼ਨ ਹੋ ਸਕਦਾ ਹੈ ਜਿਸ ਤੇ ਹਾਈਡਰੋਜਨ ਪ੍ਰੈਜ਼ੈਂਟ ਹੈ ਉਹ ਤੁਹਾਡਾ ਕਾਰਬੋਨਿਲ ਕੰਪਾਊਂਡਸ ਕਨਵਰਟ ਹੁੰਦਾ ਹੈ ਤੇ ਦੂਜੀ ਰਿੰਗ ਤੁਹਾਡੀ ਫਿਨੋਲ ਚ ਕਨਵਰਟ ਹੋ ਜਾਂਦੀ ਹੈ। ਤਾਂ ਇੱਥੇ ਤੁਹਾਡਾ ਪ੍ਰੋਡਕਟ ਕੀ ਬਣੇਗਾ ਫਿਨੋਲ ਪਲੱਸ ਸਾਈਕਲੋਹੈਕਸੇਨੋਨ। नेक्स्ट लिखो फिजिकल प्रॉपर्टीज ऑफ अल्कोहल्स एंड फिनोल्स। फिजिकल प्रॉपर्टीज ऑफ अल्कोहल्स एंड फिनोल्स। देखो एज यूजुअल ਦੀ ਤਰ੍ਹਾਂ ਵੈਸੇ ਜਨਰਲੀ ਕੀ ਹੁੰਦੇ ਨੇ ਜੋ ਤੁਹਾਡੇ ਐਲਕੋਹਲਸ ਹੁੰਦੇ ਨੇ ਉਹ ਕੀ ਹੁੰਦੇ ਨੇ ਤੁਹਾਡੇ ਕਲਰਲੈਸ ਲਿਕੁਇਡ ਹੁੰਦੇ ਨੇ। ਐਲਕੋਹਲਸ ਆਰ ਕਲਰਲੈਸ ਲਿਕੁਇਡਸ ਹੁੰਦੇ ਨੇ ਤੇ ਇਹਨਾਂ ਦੀ ਇੱਕ ਡਿਸਟਿੰਕਟ ਦੀ ਸਮੈਲ ਹੁੰਦੀ ਹੈ ਨਾ, ਡਿਸਟਿੰਕਟ
ਆਰਡਰ ਹੁੰਦਾ ਹੈ ਜਿਸ ਤੋਂ ਆਪਾਂ ਨੂੰ ਪਤਾ ਚੱਲ ਜਾਂਦਾ ਹੈ ਕਿ ਇਹ ਅਲਕੋਹਲ ਹੈ। ਆਰਡਰ ਹੁੰਦਾ ਹੈ, ਠੀਕ ਹੈ, ਡਿਸਟਿੰਕਟ ਆਰਡਰ ਪ੍ਰੈਜ਼ੈਂਟ ਹੁੰਦਾ ਹੈ। ਸੈਕੰਡ ਇੰਪੋਰਟੈਂਟ ਪੁਆਇੰਟ ਕੀ ਹੈ ਕਿ ਜੋ ਤੁਹਾਡੇ ਦੇਖੋ ਤੁਹਾਨੂੰ ਪਤਾ ਹੈ ਕਿ ਜੋ ਤੁਹਾਡਾ ਅਲਕੋਹਲ ਵਾਲਾ ਪਾਰਟ ਹੈ ਉਹ ਪੋਲਰ ਨੇਚਰ ਦਾ ਹੁੰਦਾ ਹੈ। ਪੋਲਰ ਨੇਚਰ ਹੋਣ ਕਰਕੇ ਇਹ ਕੀ ਬਣਾ ਸਕਦੇ ਨੇ, ਕੈਨ ਗੋ ਅੰਡਰ ਹਾਈਡਰੋਜਨ ਬੌਂਡਿੰਗ, ਕੈਨ ਗੋ ਅੰਡਰ ਹਾਈਡਰੋਜਨ ਬੌਂਡਿੰਗ। ਕਿੱਦਾਂ ਹਾਈਡਰੋਜਨ ਬੌਂਡਿੰਗ ਹੋਏਗੀ, ਆਪਾਂ ਇੱਕ ਐਗਜ਼ਾਮਪਲ ਦੇ ਨਾਲ ਦੇਖ ਲੈਂਦੇ ਹਾਂ ਕਿ ਜਿਵੇਂ ਮੰਨ ਲਓ ਤੁਹਾਡਾ ਇੱਥੇ ਅਲਕੋਹਲ ਵਾਲਾ ਪਾਰਟ ਹੈ ਤਾਂ ਆਕਸੀਜਨ ਤੇ ਡੈਲਟਾ ਨੈਗੇਟਿਵ ਚਾਰਜ ਹੈ, ਹਾਈਡਰੋਜਨ ਤੇ ਡੈਲਟਾ ਪੋਜ਼ਿਟਿਵ ਹੈ। ਤਾਂ ਜੋ ਹਾਈਡਰੋਜਨ ਤੇ ਡੈਲਟਾ ਪੋਜ਼ਿਟਿਵ ਹੈ, ਆਕਸੀਜਨ ਤੇ ਜੋ ਡੈਲਟਾ ਨੈਗੇਟਿਵ ਹੈ, ਉਹ ਦੂਸਰੇ ਮੋਲੀਕਿਊਲ ਦੇ ਹਾਈਡਰੋਜਨ ਦੇ ਨਾਲ ਹਾਈਡਰੋਜਨ ਬੌਂਡਿੰਗ ਦੇ ਵਿੱਚ ਕੀ ਕਰ ਸਕਦਾ ਹੈ, ਪਾਰਟਿਸਿਪੇਟ ਕਰ ਸਕਦਾ ਹੈ। ਤਾਂ ਹਾਈਡਰੋਜਨ ਮੋਲੀਕਿਊਲ ਦੇ ਨਾਲ ਬੌਂਡਿੰਗ ਕਰਨ ਕਰਕੇ ਹੀ ਜੇ ਤੁਹਾਡੇ ਅਲਕੋਹਲ ਦੇ ਜੋ ਮੋਲੀਕਿਊਲਸ ਹੁੰਦੇ ਨੇ ਉਹ ਐਸੋਸੀਏਟਡ ਫਾਰਮ ਦੇ ਵਿੱਚ ਕੀ ਕਰਦੇ ਨੇ, ਐਗਜ਼ਿਸਟ ਕਰਦੇ ਨੇ, ਐਸੋਸੀਏਟਡ ਫਾਰਮ ਦੇ ਵਿੱਚ ਕੀ ਕਰਦੇ ਨੇ, ਐਗਜ਼ਿਸਟ ਕਰਦੇ ਨੇ ਡਿਊ ਟੂ ਇੰਟਰ ਮੋਲੀਕੂਲਰ ਹਾਈਡਰੋਜਨ ਬੌਂਡਿੰਗ। ਕਿਉਂਕਿ ਇੱਥੇ ਇੰਟਰ ਮੋਲੀਕੂਲਰ ਹਾਈਡਰੋਜਨ ਬੌਂਡਿੰਗ ਪ੍ਰੈਜ਼ੈਂਟ ਹੋਣ ਕਰਕੇ ਇਹਨਾਂ ਨੂੰ ਐਸੋਸੀਏਟਡ ਫਾਰਮ ਦੇ ਵਿੱਚ ਇਹ ਐਗਜ਼ਿਸਟ ਕਰਦੇ ਨੇ, ਤਾਂ ਕਰਕੇ ਇਹਨਾਂ ਦਾ ਜੋ ਬੋਇਲਿੰਗ ਪੁਆਇੰਟ ਹੁੰਦਾ ਹੈ ਉਹ ਕੀ ਹੁੰਦਾ ਹੈ, ਜਨਰਲੀ ਹਾਈ ਹੁੰਦਾ ਹੈ। ਬੋਇਲਿੰਗ ਪੁਆਇੰਟ ਇਹਨਾਂ ਦਾ ਕੀ ਹੁੰਦਾ ਹੈ, ਜਨਰਲੀ ਆਰ ਮਚ ਹਾਇਰ ਦੇਨ corresponding ਹਾਈਡਰੋਕਾਰਬਨ ਪਾਰਟ, ਠੀਕ ਹੈ, ਕਿਉਂਕਿ ਇਹਨਾਂ ਦਾ ਐਸੋਸੀਏਟਡ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਨੇ, ਹਾਈਡਰੋਜਨ ਬੌਂਡਿੰਗ ਪ੍ਰੈਜ਼ੈਂਟ ਹੁੰਦੀ ਹੈ। ਤਾਂ ਹਾਈਡਰੋਜਨ ਬੌਂਡਿੰਗ ਪ੍ਰੈਜ਼ੈਂਟ ਹੋਣ ਕਰਕੇ ਇਹਨਾਂ ਨੂੰ ਤੋੜਨਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ, ਜਿਸ ਕਰਕੇ ਇਹਨਾਂ ਦਾ ਜੋ ਬੋਇਲਿੰਗ ਪੁਆਇੰਟ ਹੈ ਉਹ ਕੀ ਹੁੰਦਾ ਤੁਹਾਡਾ, ਜ਼ਿਆਦਾ ਹੁੰਦਾ ਹੈ। ਨੈਕਸਟ ਇੰਪੋਰਟੈਂਟ ਪੁਆਇੰਟ, ਡਿਊ ਟੂ देयर ਪੋਲਰ ਨੇਚਰ, ਪੋਲਰ ਨੇਚਰ ਹੋਣ ਕਰਕੇ ਇਹ ਕੀ ਹੁੰਦੇ ਨੇ ਤੁਹਾਡੇ, ਵਾਟਰ ਸੋਲੂਬਲ ਹੁੰਦੇ ਨੇ, ਕਿਉਂਕਿ ਲਾਈਕ ਡਿਜ਼ੋਲਵਸ ਲਾਈਕ, ਪੋਲਰ ਦੇ ਵਿੱਚ ਪੋਲਰ ਸਬਸਟੈਂਸ ਹੀ ਡਿਜ਼ੋਲਵ ਹੁੰਦਾ ਹੈ ਤੇ ਨੋਨ ਪੋਲਰ ਦੇ ਵਿੱਚ ਤੁਹਾਡਾ ਨੋਨ ਪੋਲਰ ਸਬਸਟੈਂਸ ਹੀ ਡਿਜ਼ੋਲਵ ਹੁੰਦਾ ਹੈ, ਠੀਕ ਹੈ। ਬਾਕੀ ਜਿੰਨੇ ਵੀ ਪੁਆਇੰਟਸ ਨੇ ਬੋਇਲਿੰਗ ਪੁਆਇੰਟ ਦੇ ਉਹ ਸਾਰੇ ਆਲਰੇਡੀ ਤੁਹਾਨੂੰ ਕਰਵਾਏ ਹੋਏ ਨੇ, ਹਨਾ। ਤਾਂ ਤੁਸੀਂ ਜਨਰਲੀ ਤੁਸੀਂ ਇੱਕ ਚੀਜ਼ ਦੱਸਣੀ ਹੈ ਕਿ ਮੰਨ ਲਓ ਤੁਹਾਡੇ ਕੋਲ ਇੱਕ ਪ੍ਰਾਇਮਰੀ ਅਲਕੋਹਲ ਹੈ CH3CH, this is your primary alcohol, ਠੀਕ ਹੈ। ਇੱਕ ਤੁਹਾਡੇ ਕੋਲ ਸੈਕੰਡਰੀ ਅਲਕੋਹਲ ਦੇ ਦਿੰਦੇ ਆ CH3CH2CH CH3OH, ਇੱਕ ਦੇ ਦਿੰਦੇ ਆ ਤੁਹਾਡੇ ਕੋਲੇ ਟਰਸ਼ਰੀ ਐਲਕੋਹਲ। ਤਾਂ ਅਗਰ ਤਿੰਨਾਂ ਵਿੱਚ ਤੁਸੀਂ ਕੰਪੇਅਰ ਕਰਨਾ ਹੈ ਬੋਇਲਿੰਗ ਪੁਆਇੰਟ ਦਾ ਆਰਡਰ, ਸੋ ਵਾਟ ਵਿਲ ਬੀ ਦਾ ਆਰਡਰ, ਠੀਕ ਹੈ, ਕਿਉਂਕਿ ਇਹ ਬਿਲਕੁਲ ਸਟ੍ਰੇਟ ਚੇਨ ਹੈ ਤੇ ਇਹਦਾ ਬੋਇਲਿੰਗ ਪੁਆਇੰਟ ਸਭ ਤੋਂ ਜ਼ਿਆਦਾ ਹੈ। ਇਹਦੇ ਵਿੱਚ ਇੱਕ ਬ੍ਰਾਂਚ ਹੈ ਤਾਂ ਇਹਦਾ ਬੋਇਲਿੰਗ ਪੁਆਇੰਟ ਥੋੜਾ ਜਿਹਾ ਘੱਟ ਹੁੰਦਾ ਹੈ, ਪਰ ਇਹਦੇ ਵਿੱਚ ਬ੍ਰਾਂਚਿੰਗ ਸਭ ਤੋਂ ਜ਼ਿਆਦਾ ਹੈ ਥਰਡ ਕੇਸ ਦੇ ਵਿੱਚ, ਟਰਸ਼ਰੀ ਅਲਕੋਹਲ ਦੇ ਕੇਸ ਦੇ ਵਿੱਚ, ਤਾਂ ਇਸ ਦਾ ਬੋਇਲਿੰਗ ਪੁਆਇੰਟ ਸਭ ਤੋਂ ਕੀ ਆਏਗਾ, ਲੀਸਟ ਆਏਗਾ। ਤਾਂ ਜੋ ਥੋੜਾ ਬੋਇਲਿੰਗ ਪੁਆਇੰਟ ਦਾ ਆਰਡਰ ਆਉਂਦਾ ਹੈ ਉਹ ਪ੍ਰਾਇਮਰੀ ਅਲਕੋਹਲ ਦਾ ਸਭ ਤੋਂ ਜ਼ਿਆਦਾ ਹੁੰਦਾ ਹੈ, ਦੈਨ ਸੈਕੰਡਰੀ ਅਲਕੋਹਲ ਦਾ, ਤੇ ਜੋ ਥੋੜਾ ਟਰਸ਼ਰੀ ਅਲਕੋਹਲ ਹੈ ਉਸਦਾ ਜੋ ਬੋਇਲਿੰਗ ਪੁਆਇੰਟ ਹੈ ਉਹ ਕੀ ਹੁੰਦਾ ਹੈ, ਸਭ ਤੋਂ ਘੱਟ ਹੁੰਦਾ ਹੈ।